ਨੈਟਵਰਕ ਟੋਪੋਲੋਜੀ ਇਹ ਹੁੰਦਾ ਹੈ ਕਿ ਜਿਹੜੇ ਤੁਹਾਡੇ ਨੈਟਵਰਕ ਦੇ ਵਿੱਚ ਕੰਪਿਊਟਰਸ ਨੇ, ਜਿਵੇਂ ਫੋਟੋ ਬਣੀ ਹੋਈ ਆ, ਆਹ ਕੰਪਿਊਟਰ ਇਹਦੇ ਨਾਲ ਆਪਸ 'ਚ ਕਨੈਕਟਡ ਹੈ। ਕਨੈਕਸ਼ਨ ਦੇ ਜਿਹੜੇ ਮੈਥਡਸ ਨੇ ਉਹਨੂੰ ਆਪਾਂ ਨੈਟਵਰਕ ਟੋਪੋਲੋਜੀ ਕਹਿ ਦਿੰਦੇ ਹਾਂ। ਇੱਕ ਮੈਥਡ ਇਹ ਹੈ, ਜਿਵੇਂ ਹੁਣ ਪੁਆਇੰਟ ਟੂ ਪੁਆਇੰਟ ਹੈ, ਇਹਦੇ 'ਚ ਫੋਟੋ ਜਾਂ ਇਹ ਡਾਇਗਰਾਮ ਇਹ ਸੁਜੈਸਟ ਕਰਦੀ ਹੈ ਕਿ ਇੱਕ ਕੰਪਿਊਟਰ ਦੂਜੇ ਕੰਪਿਊਟਰ ਨਾਲ ਡਾਇਰੈਕਟਲੀ ਕਨੈਕਟਡ ਹੈ। ਬਸ ਦੋ ਹੀ ਕੰਪਿਊਟਰ ਕਨੈਕਟਡ ਨੇ, ਯਾਨੀ ਇਹ ਕੰਪਿਊਟਰ ਇਹਦੇ ਨਾਲ ਡਾਇਰੈਕਟਲੀ ਇਸ ਤਰ੍ਹਾਂ ਕਨੈਕਟਡ ਹੈ ਕਿ ਇਹਨੇ ਕੋਈ ਇਨਫੋਰਮੇਸ਼ਨ ਦੇਣੀ ਹੈ ਤਾਂ ਸਿੱਧੀ ਇਹਨੂੰ ਜਾਊਗੀ, ਇਹਨੇ ਇੱਥੋਂ ਕੋਈ ਗੱਲ ਭੇਜਣੀ ਹੈ, ਡਾਟਾ ਭੇਜਣਾ, ਸਿੱਧਾ ਇਹਨੂੰ ਜਾਊਗਾ। ਇਸ ਤਰ੍ਹਾਂ ਦੀ ਟੋਪੋਲੋਜੀ ਨੂੰ ਕਹਿੰਦੇ ਨੇ ਪੁਆਇੰਟ ਟੂ ਪੁਆਇੰਟ। ਅੱਗੇ ਹੋਰ ਦੇਖੋ, ਫਿਰ ਪਤਾ ਲੱਗੂਗਾ ਇਹਦੇ ਡਿਫਰੈਂਸ ਕੀ ਹੈ। ਇੱਕ ਟੋਪੋਲੋਜੀ ਹੈ ਬਸ ਟੋਪੋਲੋਜੀ। ਉਹਦੇ ਵਿੱਚ ਕੀ ਹੁੰਦਾ, ਮੈਨੀ ਕੰਪਿਊਟਰਸ ਨੇ ਕਨੈਕਟਡ, ਇੱਕ ਲਾਈਨ ਜਾ ਰਹੀ ਹੈ, ਜਿਵੇਂ ਆ ਤੁਹਾਨੂੰ ਦਿਖ ਰਹੀ ਹੈ, ਇੱਕ ਲਾਈਨ ਜਾ ਰਹੀ ਹੈ। ਇਸ ਲਾਈਨ ਦੇ ਨਾਲ ਆ ਇੱਕ ਕੇਬਲ ਲੱਗੀ ਹੋਈ ਹੈ, ਇਸ ਕੇਬਲ ਦੇ ਨਾਲ ਪਹਿਲਾ ਕੰਪਿਊਟਰ ਕਨੈਕਟਡ ਆ, ਉਸੇ ਨਾਲ ਦੂਜਾ, ਉਸੇ ਨਾਲ ਤੀਜਾ, ਉਸੇ ਨਾਲ ਹੀ ਚੌਥਾ, ਉਸੇ ਨਾਲ ਹੀ ਪੰਜਵਾਂ। ਇੱਕ ਹੀ ਕੇਬਲ ਦੇ ਨਾਲ ਆਲ ਦੀ ਕੰਪਿਊਟਰਸ ਆਰ ਕਨੈਕਟਡ। ਇਸ ਤਰ੍ਹਾਂ ਦੀ ਟੋਪੋਲੋਜੀ, ਇਸ ਤਰ੍ਹਾਂ ਦੀ ਨੈਟਵਰਕ ਨੂੰ ਆਪਾਂ ਕਹਿੰਦੇ ਆ ਬਸ ਟੋਪੋਲੋਜੀ। ਪੁਆਇੰਟ ਟੂ ਪੁਆਇੰਟ ਦੇ ਵਿੱਚ ਮੈਂ ਇੱਥੇ ਰੀਡਿੰਗ ਵੀ ਲੈ ਲਈਏ। ਪੁਆਇੰਟ ਟੂ ਪੁਆਇੰਟ ਨੈਟਵਰਕ ਕੰਟੇਨਸ ਐਗਜ਼ੈਕਟਲੀ ਟੂ ਹੋਸਟ। ਜਦੋਂ ਦੋ ਹੀ ਕੰਪਿਊਟਰ ਆਪਸ ਕਨੈਕਟਡ ਹੋਣ, ਚਾਹੇ ਦੋਨੇ ਸਿੰਪਲ ਕੰਪਿਊਟਰ ਹੋਣ ਜਾਂ ਇੱਕ ਕੰਪਿਊਟਰ ਦੂਜਾ ਸਰਵਰ ਹੈ। ਸਰਵਰ ਦਾ ਮਤਲਬ ਉਹਨੇ ਸੇਵਾ ਦੇਣੀ ਹੈ ਅਤੇ ਦੂਜੇ ਨੇ, ਕਲਾਇੰਟ ਨੇ ਸੇਵਾ ਲੈਣੀ ਹੈ। ਦੋਨੋਂ ਕੰਪਿਊਟਰਸ ਇੱਕੋ ਜਿਹੇ ਵੀ ਹੋ ਸਕਦੇ ਨੇ, ਦੋਨੋਂ ਆਪਸ 'ਚ ਇੱਕ ਦੂਜੇ ਦੇ ਬਰਾਬਰ ਨੇ, ਦੋਨੋਂ ਸਰਵਿਸ ਦੇ ਵੀ ਸਕਦੇ ਨੇ, ਸਰਵਿਸ ਲੈ ਵੀ ਸਕਦੇ ਨੇ। ਜਾਂ ਇੱਕ ਹੁੰਦਾ ਕਲਾਇੰਟ ਐਂਡ ਸਰਵਰ, ਇੱਕ ਨੇ ਸਿਰਫ ਸੇਵਾ ਦੇਣੀ ਹੈ, ਦੂਜੇ ਨੇ ਲੈਣੀ ਹੋਈ ਹੈ। ਜਿਵੇਂ ਇੰਟਰਨੈਟ ਵਾਲੇ ਕੇਸ 'ਚ ਆਪਾਂ ਆਪਣੇ ਕੰਪਿਊਟਰ 'ਤੇ ਇੰਟਰਨੈਟ ਯੂਜ਼ ਕਰਦੇ ਹਾਂ, ਤਾਂ ਸਾਡਾ ਕੰਪਿਊਟਰ ਕਲਾਇੰਟ ਹੈ। ਅਸੀਂ ਕਲਾਇੰਟ ਦੇ ਤੌਰ 'ਤੇ ਸੇਵਾ ਲੈਂਦੇ ਹਾਂ। ਕਿੱਥੋਂ ਲੈਂਦੇ ਹਾਂ? ਸਰਵਰ ਤੋਂ। ਕਿਹੜੇ ਤੋਂ? ਵੈਬ ਹੋਸਟਿੰਗ ਜਿੱਥੇ ਹੋਈ ਹੋਈ ਆ, ਜਿਹੜੀ ਵੈਬਸਾਈਟ ਖੋਲ੍ਹਦੇ ਹਾਂ ਉਸ ਵੈਬਸਾਈਟ ਤੋਂ ਵਨ ਵੇ ਹੈ ਕਿ ਅਸੀਂ ਸਰਵਿਸ ਲੈਣੀ ਹੀ ਹੈ, ਦੇਣੀ ਨਹੀਂ ਹੈ। ਐਜ਼ ਏ ਕਲਾਇੰਟ ਸਰਵਰ ਨੇ ਸਰਵਿਸ ਦੇਣੀ ਹੀ ਹੈ। ਅਤੇ ਜਦੋਂ ਆਪਾਂ ਆਪਣੇ ਲੈਬ ਦੇ ਵਿੱਚ ਕੰਪਿਊਟਰਸ ਯੂਜ਼ ਕਰਦੇ ਹਾਂ, ਇਹ ਨੈਟਵਰਕ ਹੈ ਜਿਹੜਾ, ਇਹ 'ਚ ਆਪਾਂ ਕੰਪਿਊਟਰ ਤੋਂ ਇਨਫੋਰਮੇਸ਼ਨ ਲੈ ਵੀ ਸਕਦੇ ਹਾਂ, ਦੇ ਵੀ ਸਕਦੇ ਹਾਂ। ਕੋਈ ਫਾਈਲ ਕਿਸੇ ਦੂਜੇ ਕੰਪਿਊਟਰ 'ਚ ਸੇਵ ਵੀ ਕਰ ਸਕਦੇ ਹਾਂ, ਉੱਥੋਂ ਖੋਲ੍ਹ ਵੀ ਸਕਦੇ ਹਾਂ। ਉਹ ਫਿਰ ਹੋ ਗਿਆ ਸਰਵਰ ਕਲਾਇੰਟ ਨਹੀਂ ਆ, ਸਿੰਪਲੀ ਦੋਨੋਂ ਕੰਪਿਊਟਰਸ ਇੱਕੋ ਜਿਹੇ ਨੇ। ਤਾਂ ਪੁਆਇੰਟ ਟੂ ਪੁਆਇੰਟ ਦੇ ਵਿੱਚ ਇਹ ਕਹਿੰਦਾ ਕਿ ਜਦੋਂ ਦੋ ਕੰਪਿਊਟਰਸ, ਸਿਰਫ ਦੋ ਹੀ ਕੰਪਿਊਟਰ ਹੋਣ, ਤਾਂ ਉਹਨੂੰ ਆਪਾਂ ਪੁਆਇੰਟ ਟੂ ਪੁਆਇੰਟ ਨੈਟਵਰਕਿੰਗ ਕਹਿੰਦੇ ਹਾਂ। ਅਤੇ ਬਸ ਟੋਪੋਲੋਜੀ ਦੇ ਵਿੱਚ ਕੀ ਹੈ? ਇਨ ਕੰਟਰਾਸਟ ਟੂ ਪੁਆਇੰਟ ਟੂ ਪੁਆਇੰਟ, ਇਨ ਬਸ ਟੋਪੋਲੋਜੀ ਆਲ ਡਿਵਾਈਸਿਸ ਸ਼ੇਅਰ ਸਿੰਗਲ ਕਮਿਊਨੀਕੇਸ਼ਨ ਲਾਈਨ। ਜਿਹੜੀ ਲਾਈਨ ਹੈ ਇੱਕ ਹੀ ਕੇਬਲ ਦੇ ਨਾਲ ਸਾਰੇ ਕਨੈਕਟਡ ਨੇ। ਆਲ ਦੀ ਡਿਵਾਈਸਿਸ ਆਰ ਕਨੈਕਟਡ ਟੂ ਐ ਸ਼ੇਅਰਡ ਲਾਈਨ। ਬਸ ਟੋਪੋਲੋਜੀ may have problem while more than one host sending data at the same time. Therefore, the bus topology either uses CSMA/CD technology to recognize one host as bus master to solve the issue. ਇਹ ਯੂਜ਼ ਨਹੀਂ ਹੁੰਦੀ ਹੈਗੀ ਕਿਉਂਕਿ ਇਹਦੇ ਵਿੱਚ ਲਿਮਿਟੇਸ਼ਨਸ ਜ਼ਿਆਦਾ ਨੇ। ਜਿਵੇਂ ਹੁਣ ਮੰਨ ਲਓ ਆਹ ਕੰਪਿਊਟਰ ਨੇ ਇਨਫੋਰਮੇਸ਼ਨ ਇਸ ਕੰਪਿਊਟਰ ਨੂੰ ਭੇਜਣੀ ਹੈ, ਉਹ ਇੱਕ ਬੱਸ 'ਚ ਟਰੈਵਲ ਕਰਨਗੇ। ਜਿਵੇਂ ਆਪਾਂ ਗੱਲ ਕਰਦੇ ਹਾਂ, ਬੱਸ ਤਾਂ ਹੀ ਨਾਂ ਰੱਖਿਆ ਆ ਵੀ ਇੱਕ ਬੱਸ ਜਾ ਰਹੀ ਹੈ, ਸਾਰੇ ਉਹ 'ਚ ਬੱਸ 'ਚ ਬੈਠ ਕੇ ਜਾਣਗੇ। ਤੋ ਉਹ ਰਸ਼ ਵੀ ਹੋ ਸਕਦਾ ਆ, ਟਰੈਫਿਕ ਜ਼ਿਆਦਾ ਵੀ ਹੋ ਸਕਦਾ ਆ, ਕਲੈਸ਼ਿੰਗ ਵੀ ਹੋ ਸਕਦੀ ਹੈ। ਲਿਮਿਟੇਸ਼ਨਸ ਹੋਣ ਕਰਕੇ ਦਿਸ ਟੈਕਨੋਲੋਜੀ ਜਿਹੜੀ ਹੈ, ਡਿਸ ਟੋਪੋਲੋਜੀ ਜਿਹੜੀ ਹੈ, ਨਾਮ ਹੀ ਰਹਿ ਗਿਆ। ਇਹਨੂੰ ਰੇਅਰਲੀ ਜਾਂ ਸੈਲਡਮ ਜਾਂ ਕਿਤੇ ਯੂਜ਼ ਨਹੀਂ ਕਰਦੇ ਹੈਗੇ। ਅਤੇ ਇਹਦੇ ਨਾਲ ਪ੍ਰੋਬਲਮਸ ਜ਼ਿਆਦਾ ਇਹੀ ਨੇ ਕਿ ਜਿਵੇਂ ਇਹਨੇ ਇਨਫੋਰਮੇਸ਼ਨ ਭੇਜਣੀ, ਇਹਨੂੰ ਉਹ ਬੱਸ 'ਚ ਹੋ ਕੇ ਜਾਊਗੀ, ਇਹਨੇ ਵੀ ਭੇਜਣੀ ਹੈ ਬੱਸ 'ਚ, ਟਰੈਫਿਕ ਜਾਂ ਕੋਲੀਜ਼ਨ ਹੋਣ ਦੇ ਚਾਂਸਿਸ ਜ਼ਿਆਦਾ ਨੇ, ਸਪੀਡ ਘੱਟ ਜਾਂਦੀ ਹੈ। ਇਸ ਤੋਂ ਅੱਗੇ ਗੱਲ ਕਰਦੇ ਹਾਂ ਆਪਾਂ ਸਟਾਰ ਟੋਪੋਲੋਜੀ। ਇਹ ਬੈਸਟ ਹੈ, ਇਹ ਯੂਜ਼ ਹੁੰਦੀ ਹੈ ਪ੍ਰੈਕਟੀਕਲੀ। ਆਪਾਂ ਵੀ ਆਪਣੀ ਲੈਬ ਦੇ ਵਿੱਚ ਇਹੀ ਟੋਪੋਲੋਜੀ ਯੂਜ਼ ਕੀਤੀ ਹੋਈ ਹੈ। ਇਹਦੇ 'ਚ ਕੀ ਹੈ, ਜੇ ਅਗਰ ਮੰਨ ਲਓ ਕਿ 6 ਕੰਪਿਊਟਰ ਨੇ ਤਾਂ 6 ਹੀ ਕੇਬਲਾਂ ਅਲੱਗ-ਅਲੱਗ ਪਈਆਂ ਹੋਈਆਂ ਨੇ ਇੱਕ ਮੇਨ ਸਰਵਰ ਤੋਂ। ਜਿਵੇਂ ਆ ਦਿਖ ਰਿਹਾ ਨਾ ਆਹ ਫੋਟੋ, ਕਿ ਇੱਕ ਥਾਂ 'ਤੇ ਮੇਨ ਕੋਈ ਹੱਬ ਲੱਗੀ ਹੋਈ ਹੈ ਜਾਂ ਸਵਿੱਚ ਲੱਗੀ ਹੋਈ ਹੈ। ਉਸ ਸਵਿੱਚ ਤੋਂ ਪਹਿਲੇ ਹੀ ਕੰਪਿਊਟਰ ਵਾਸਤੇ ਅਲੱਗ ਲਾਈਨ ਹੈ, ਦੂਜੇ ਵਾਸਤੇ ਅਲੱਗ ਲਾਈਨ ਹੈ, ਤੀਜੇ ਵਾਸਤੇ ਅਲੱਗ ਕੇਬਲ ਹੈ, ਹਰ ਇੱਕ ਵਾਸਤੇ ਅਲੱਗ-ਅਲੱਗ ਕੇਬਲਸ ਨੇ। ਇੱਦਾਂ ਦੀ ਜਿਹੜੀ ਟੋਪੋਲੋਜੀ ਹੈ ਇਹਨੂੰ ਆਪਾਂ ਸਟਾਰ ਟੋਪੋਲੋਜੀ ਕਹਿੰਦੇ ਹਾਂ। ਸਟਾਰ ਟੋਪੋਲੋਜੀ ਕੀ ਹੈ? ਮੰਨ ਲਓ ਇਸ ਕੰਪਿਊਟਰ ਨੇ ਇਹਨੂੰ ਇਨਫੋਰਮੇਸ਼ਨ ਭੇਜਣੀ ਵਾਸਤੇ ਅਲੱਗ ਕੇਬਲ ਹੈ, ਇੱਧਰੋਂ ਅਲੱਗ ਕੇਬਲ ਹੈ। ਕਲੈਸ਼ਿੰਗ ਇਹ 'ਚ ਵੀ ਹੁੰਦੀ ਆ, ਹੱਬ ਦੇ ਵਿੱਚ ਸਾਰਾ ਇਨਫੋਰਮੇਸ਼ਨ ਇਕੱਠੀ ਹੁੰਦੀ ਆ, ਕਲੈਸ਼ਿੰਗ ਹੁੰਦੀ ਹੈ। ਉਹਨੂੰ ਰੋਕਣ ਵਾਸਤੇ ਇਹਦੇ 'ਚ ਵੀ ਕੋਈ ਟੈਕਨੋਲੋਜੀ ਯੂਜ਼ ਕੀਤੀ ਜਾ ਰਹੀ ਹੈ, ਬਟ ਉਹ ਕੋਲੀਜ਼ਨ ਜਾਂ ਉਹ ਟਰੈਫਿਕ ਦੇ ਵਿੱਚ, ਜਿਵੇਂ ਇੱਥੇ ਆ ਕੇ ਟਰੈਫਿਕ ਜਾਮ ਹੋ ਸਕਦਾ ਹੈ, ਅਤੇ ਟਰੈਫਿਕ ਜਾਮ ਰੋਕਣ ਵਾਸਤੇ ਕੋਈ ਨਾ ਕੋਈ ਐਲਗੋਰਿਦਮ ਯੂਜ਼ ਕੀਤਾ ਜਾ ਰਿਹਾ ਹੁੰਦਾ ਹੈ। ਸੋ ਇਹ
ਆਪਣੇ ਯੂਜ਼ ਹੋ ਰਹੀ ਹੈ। ਆਪਣੇ ਜਿਹੜੇ ਕੰਪਿਊਟਰਸ ਨੇ ਉਹ ਸਾਰੇ, ਇਹ ਨਹੀਂ ਕਿ ਆਪਾਂ ਸਟਾਰ ਬਣਾਇਆ ਹੋਇਆ, ਆਪਾਂ ਇਹ ਕੀਤਾ ਕਿ ਆਪਣੇ ਕੋਲ ਇੱਕ ਸਵਿੱਚ ਲੱਗੀ ਹੋਈ ਹੈ, ਉਸ ਸਵਿੱਚ ਨਾਲ ਕੇਬਲ ਲਗਾਈ ਇੱਕ ਕੰਪਿਊਟਰ 'ਤੇ। ਹੁਣ ਜਿਵੇਂ ਇਸ ਕੰਪਿਊਟਰ ਨੂੰ ਉਹ ਕੇਬਲ ਆ ਰਹੀ ਹੈ, ਇਹ ਕੇਬਲ ਉਸ ਸਵਿੱਚ ਤੋਂ ਡਾਇਰੈਕਟ ਅਲੱਗ ਆ ਰਹੀ ਹੈ, ਇਹਦੀ ਡੈਡੀਕੇਟਡ ਕੇਬਲ ਹੈ। ਹਰ ਕੰਪਿਊਟਰ ਦੀ ਸਵਿੱਚ ਤੋਂ ਡੈਡੀਕੇਟਡ ਕੇਬਲ ਅਲੱਗ ਆ ਰਹੀ ਹੈ। ਇੱਦਾਂ ਦੀ ਟੋਪੋਲੋਜੀ ਨੂੰ ਆਪਾਂ ਸਟਾਰ ਟੋਪੋਲੋਜੀ ਕਹਿੰਦੇ ਆ। ਇੱਕ ਹੋਰ ਟੋਪੋਲੋਜੀ ਹੈ ਵੀ ਥਿਓਰੈਟੀਕਲੀ ਰਹਿ ਗਈਆਂ ਨੇ, ਰਿੰਗ ਟੋਪੋਲੋਜੀ। ਇਹਦੇ ਵਿੱਚ ਵੀ ਸਿੰਗਲ ਕੇਬਲ ਹੈ, ਬੱਸ ਨਾਲੋਂ ਫਰਕ ਇਹ ਹੈ, ਬੱਸ ਜਿਹੜੀ ਹੈ ਉਹ ਇੱਥੋਂ ਜਾਂਦੀ ਉੱਥੇ ਖਤਮ ਹੋ ਜਾਣੀ ਹੈ। ਇਹਦੇ ਵਿੱਚ ਕੀ ਆ, ਇਹ ਗੇੜਾ ਕੱਢ ਕੇ ਫਿਰ ਵਾਪਸ ਉੱਥੇ ਆ ਜਾਣੇ ਨੇ। ਇੱਕ ਰਿੰਗ ਦੇ ਵਿੱਚ ਕੰਪਿਊਟਰਸ ਕਨੈਕਟਡ ਨੇ, ਇਹ ਵੀ ਬੱਸ ਟੋਪੋਲੋਜੀ ਵਾਂਗੂ ਹੀ ਸਲੋ ਹੋਊਗੀ ਜਾਂ ਇਹਦੇ 'ਚ ਪ੍ਰੋਬਲਮਸ ਨੇ। ਦੈਟ ਇਜ਼ ਵਾਈ ਵੀ ਡੋਂਟ ਯੂਜ਼ ਦਿਸ ਟੋਪੋਲੋਜੀ, ਸਿਰਫ ਨਾਮ ਹੀ ਰਹਿ ਗਏ ਇਹਦੇ ਤਾਂ। ਇਸ ਤੋਂ ਅੱਗੇ ਚੱਲੀਏ, ਹੋਰ ਵੀ ਇੱਕ ਦੋ ਟੋਪੋਲੋਜੀਜ਼ ਨੇ। ਮੈਸ਼ ਟੋਪੋਲੋਜੀ। ਮੈਸ਼ ਦੇ ਵਿੱਚ ਕੀ ਆ, ਕੇਬਲਾਂ ਵੱਧ ਪੈ ਗਈਆਂ, ਇਹਦਾ ਵੀ ਨੁਕਸਾਨ ਹੈ, ਕੇਬਲਾਂ ਦਾ ਖਰਚਾ ਵੀ ਅਤੇ ਖਲਾਰਾ ਵੱਧ ਪਊਗਾ। ਹਰ ਕੰਪਿਊਟਰ ਹਰ ਦੂਜੇ ਕੰਪਿਊਟਰ ਦੇ ਨਾਲ ਕੇਬਲ ਦੇ ਨਾਲ ਡਾਇਰੈਕਟਲੀ ਕਨੈਕਟਡ ਹੈ, ਜਿਵੇਂ ਦੇਖ ਰਹੇ ਹਾਂ। ਇਹ 'ਚ ਤਾਰਾਂ ਦਾ ਖਲਾਰਾ ਬਹੁਤ ਜ਼ਿਆਦਾ ਆ, ਇਹ 'ਚ ਇਹ ਪ੍ਰੋਬਲਮ ਹੈ। ਇਸ ਤੋਂ ਇਲਾਵਾ ਹੋਰ ਅੱਗੇ ਟੋਪੋਲੋਜੀ ਦੀ ਗੱਲ ਕਰਦੇ ਹਾਂ। ਇੱਕ ਹੈ ਟਰੀ ਟੋਪੋਲੋਜੀ। ਜਿਵੇਂ ਟਰੀ ਹੁੰਦਾ ਆ ਇਸ ਤਰ੍ਹਾਂ, ਇਹ ਵੀ ਯੂਜ਼ ਹੁੰਦੀ ਹੈ। ਹੁਣ ਜਿਵੇਂ ਆਪਾਂ ਇੱਥੇ ਮੈਂ ਤੁਹਾਨੂੰ ਇੱਥੇ ਦੀ ਐਗਜ਼ਾਮਪਲ ਫਿਰ ਦਿਖਾ ਰਿਹਾ। ਆਪਣੇ ਕੋਲ ਇੱਦਾਂ ਦੀ ਇੱਕ ਸਵਿੱਚ ਲੱਗੀ ਹੋਈ ਹੈ। ਇਸ ਸਵਿੱਚ ਤੋਂ ਮੈਂ ਉੱਪਰਲੀ ਬਿਲਡਿੰਗ 'ਚ 3 ਕੰਪਿਊਟਰ ਲਗਾ ਲਏ ਮੰਨ ਲਓ, ਹੇਠਾਂ ਫਿਰ ਮੈਨੂੰ ਕੰਪਿਊਟਰ ਚਾਹੀਦਾ ਨਹੀਂ ਤਾਂ ਮੈਂ ਇੱਕ ਸਵਿੱਚ ਹੋਰ ਲਗਾ ਲਈ। ਹੋਰ ਸਵਿੱਚ ਲਗਾ ਕੇ ਇੱਕ ਆਹ ਸਟਾਰ ਨੈਟਵਰਕ ਬਣ ਗਿਆ ਐਡਾ ਕੁ, ਇੱਕ ਆਹ ਸਟਾਰ ਨੈਟਵਰਕ ਬਣ ਗਿਆ। ਇਹ ਦੋਨਾਂ ਸਟਾਰ ਨੈਟਵਰਕਸ ਨੂੰ ਅੱਗੋਂ ਜੋੜ ਲਿਆ। ਯਾਨੀ ਜੇ ਹੁਣ ਮੰਨ ਲਓ ਕੰਪਿਊਟਰਸ ਜ਼ਿਆਦਾ ਹੋਣ, ਉਹ ਜ਼ਿਆਦਾ ਕੰਪਿਊਟਰ ਦੀਆਂ ਕੇਬਲਾਂ ਉਨੀਆਂ ਲੰਬੀਆਂ ਪਾਉਣੀਆਂ ਮੁਸ਼ਕਲ ਨੇ, ਤਾਂ ਕੀ ਕਰ ਲੈਂਦੇ ਨੇ ਕਿ ਇੱਕ ਕੋਰ ਲੇਅਰ ਤੋਂ, ਯਾਨੀ ਇੱਕ ਕੰਪਿਊਟਰ ਤੋਂ ਜਾਂ ਇੱਕ ਸਵਿੱਚ ਤੋਂ 2 ਸਵਿੱਚਾਂ ਬਣਾ ਲਈਆਂ, ਕੇਬਲਾਂ ਦੇ ਖਰਚੇ ਘੱਟ ਗਏ। ਨਹੀਂ ਤਾਂ ਕੀ ਹੋਣਾ ਸੀਗਾ, ਇੱਥੋਂ ਤੋਂ 6 ਇਕੱਠੇ ਪੈਣੇ ਸੀਗੇ, ਹੁਣ 3 ਪੈ ਗਏ। ਇਸ ਤਰ੍ਹਾਂ ਦਾ ਟਰੀ ਬਣ ਗਿਆ। ਆਪਾਂ ਇਹੀ ਯੂਜ਼ ਕਰ ਰਹੇ ਹਾਂ। ਉੱਪਰਲੀ ਬਿਲਡਿੰਗ 'ਚ ਅਲੱਗ ਸਵਿੱਚ ਲੱਗੀ ਹੋਈ ਹੈ, ਉਹਦਾ ਅਲੱਗ, ਹੇਠਲੀ ਬਿਲਡਿੰਗ 'ਚ ਅਲੱਗ, ਉਸ ਤੋਂ ਹੇਠਲੀ 'ਚ ਅਲੱਗ। ਈਵਨ ਕਿ ਆਪਾਂ ਆਪਣੀ ਲੈਬ ਦੇ ਵਿੱਚ 2 ਪਾਸੇ ਕੰਪਿਊਟਰਸ ਲਗਾਏ ਹੋਏ ਨੇ, ਇੱਕ ਲਾਈਨ, ਇੱਕ ਜਿਵੇਂ ਦੀਵਾਰ ਦੇ ਲੈਫਟ ਸਾਈਡ 'ਤੇ, ਇੱਕ ਦੂਜੀ ਸਾਈਡ 'ਤੇ, ਤਾਂ ਉਹਨਾਂ ਦੋਨਾਂ ਵਾਸਤੇ ਆਪਾਂ 2 ਅਲੱਗ-ਅਲੱਗ ਸਵਿੱਚਾਂ ਲਗਾਈਆਂ ਨੇ। ਨਹੀਂ ਤਾਂ ਆਪਾਂ ਨੂੰ ਕੇਬਲਸ ਲੰਬੀ ਪਾਉਣੀ ਪੈਣੀ ਸੀਗੀ। ਤੋ ਵੀ ਯੂਜ਼ ਸਟਾਰ। ਇਹ 'ਚ ਕੀ ਹੈ, ਸਟਾਰ ਦੇ ਨਾਲ ਟਰੀ ਮਿਕਸ ਹੋ ਗਿਆ, ਤੁਹਾਨੂੰ ਟਰੀ ਟੋਪੋਲੋਜੀ ਕਹਿ ਦਿੰਦੇ ਆ। ਇਸ ਤੋਂ ਅੱਗੇ ਹੋਰ ਚੱਲੀਏ, ਇੱਕ ਹੈਗੀ ਆ ਹਾਈਬ੍ਰਿਡ। ਹਾਈਬ੍ਰਿਡ ਦਾ ਮਤਲਬ ਮਿਕਸਚਰ। ਉਹਦੇ ਵਿੱਚ ਕੋਈ ਕੰਪਿਊਟਰ ਸਟਾਰ ਟੋਪੋਲੋਜੀ ਨਾਲ ਕਨੈਕਟਡ ਨੇ, ਕੋਈ ਅੱਗੋਂ ਰਿੰਗ ਨਾਲ ਕਨੈਕਟਡ ਨੇ, ਕੋਈ ਅੱਗੋਂ ਮਤਲਬ ਮਿਕਸਚਰ ਆਫ ਬੋਥ, ਕੋਈ ਬੱਸ ਨਾਲ ਟੋਪੋਲੋਜੀ ਨਾਲ ਕਨੈਕਟਡ ਨੇ। ਯਾਨੀ ਸਾਰੇ ਕੰਪਿਊਟਰਸ ਨੂੰ ਮਿਕਸ 3 ਕਿਸਮ ਦੀਆਂ ਯੂਜ਼ ਕਰ ਲਈਆਂ, ਉਹਨੂੰ ਆਪਾਂ ਕਹਿ ਦਿੰਦੇ ਹਾਂ ਹਾਈਬ੍ਰਿਡ ਟੋਪੋਲੋਜੀ। ਤੋ ਨੈਟਵਰਕ ਬਣਾਉਣ ਵਾਸਤੇ ਜ਼ਰੂਰਤ ਦੇ ਮੁਤਾਬਕ ਕੋਈ ਵੀ ਟੋਪੋਲੋਜੀ ਯੂਜ਼ ਕਰ ਸਕਦੇ ਹਾਂ, ਬਟ ਸਟਾਰ ਐਂਡ ਟਰੀ ਇਜ਼ ਦੀ ਮੋਸਟ ਵਾਈਡਲੀ ਯੂਜ਼ਡ ਟੋਪੋਲੋਜੀਜ਼ ਇਨ ਪ੍ਰੈਕਟਿਸ। ਇੱਥੇ ਤੱਕ ਇਹ ਕੰਮ ਫਿਨਿਸ਼ ਹੋ ਗਿਆ। ਜੇ ਇਹ ਕੁਐਸਚਨ ਆਉਂਦਾ ਤਾਂ ਤੁਸੀਂ ਡਾਇਗਰਾਮ ਦੀ ਇੰਪੋਰਟੈਂਸ ਜ਼ਿਆਦਾ ਆ, ਡਾਇਗਰਾਮ ਨੂੰ ਹੀ ਆਪਾਂ ਸ਼ਬਦਾਂ 'ਚ ਥੋੜ੍ਹਾ ਜਿਹਾ ਲਿਖ ਲੈਣਾ ਆ। ਇਹਦੇ ਉੱਪਰ ਇੱਕ ਕੁਐਸਚਨ ਸੀਗਾ ਜਿਹੜਾ ਮੈਂ ਤਾਂ ਛੱਡਿਆ ਸੀ ਕਿ ਟੋਪੋਲੋਜੀ ਤੋਂ ਪਹਿਲਾਂ ਉਹ ਕਰਨਾ ਮੁਸ਼ਕਿਲ ਸੀ, ਟੋਪੋਲੋਜੀ ਕਰ ਲਈ। ਹੁਣ ਇਹਦੇ ਉੱਪਰ ਚੱਲਦੇ ਹਾਂ। ਇਹਦੇ ਉੱਪਰ ਇੱਕ ਕੁਐਸਚਨ ਸੀ, ਐਕਸਪਲੇਨ ਨੈਟਵਰਕ ਕਲਾਸੀਫਿਕੇਸ਼ਨਸ। ਨੈਟਵਰਕ ਦੀਆਂ ਕਲਾਸੀਫਿਕੇਸ਼ਨਾਂ ਨੂੰ ਆਪਾਂ ਐਕਸਪਲੇਨ ਕਰੀਏ ਬਾਈ ਸਕੇਲ। ਬਾਈ ਸਕੇਲ ਦਾ ਮਤਲਬ ਬਾਈ ਸਾਈਜ਼ ਕਹਿ ਲਓ। ਸਾਈਜ਼ ਦੇ ਹਿਸਾਬ ਨਾਲ ਨੈਟਵਰਕ ਨੂੰ 3 ਕਿਸਮਾਂ 'ਚ ਵੰਡਦੇ ਹਾਂ, ਲੈਨ, ਮੈਨ, ਵੈਨ। ਇਹ ਮੈਂ ਉੱਪਰਲੇ ਕੁਐਸਚਨ 'ਚ ਵੀ ਰਿਪੀਟ ਆ ਗਿਆ ਨਾ। ਉਦੋਂ ਸਿਰਫ ਇਹ ਪੁੱਛਿਆ ਸੀਗਾ ਵੀ ਨੈਟਵਰਕ ਕਿਸਮਾਂ ਦੱਸੋ ਜੀ। ਆਪਾਂ ਕਹਿੰਦਾ ਨੈਟਵਰਕ 3 ਕਿਸਮ ਦੇ ਨੇ, ਲੈਨ, ਮੈਨ, ਵੈਨ। ਲੋਕਲ ਏਰੀਆ ਨੈਟਵਰਕ, ਮੈਟਰੋਪੋਲੀਟਨ ਏਰੀਆ ਨੈਟਵਰਕ ਅਤੇ ਵਾਈਡ ਏਰੀਆ ਨੈਟਵਰਕ। ਉਹਨੇ ਹੋਰ ਵੀ ਲਿਖੇ ਸੀਗੇ, ਜਿਵੇਂ ਇੱਕ ਕੈਂਪਸ ਏਰੀਆ ਨੈਟਵਰਕ ਵੀ ਸੀਗਾ, ਮੇਬੀ ਇੱਦਾਂ ਦੇ ਹੋਰ ਵੀ ਹੁਣ ਨਿੱਕੇ। ਅਤੇ ਸਕੇਲ ਦੇ ਮੁਤਾਬਕ ਨੈਟਵਰਕਸ ਨੂੰ ਆਪਾਂ ਕਲਾਸੀਫਿਕੇਸ਼ਨ ਦੇਣੀ ਹੋਵੇ ਤਾਂ 3 ਕਿਸਮਾਂ ਦੇ ਨੇ। ਇਸ ਤੋਂ ਅੱਗੇ ਚੱਲਦੇ ਹਾਂ ਟੋਪੋਲੋਜੀ ਦੇ ਮੁਤਾਬਕ। ਇੱਕ ਕਨੈਕਸ਼ਨ ਦੇ ਮੁਤਾਬਕ। ਕਨੈਕਸ਼ਨ ਦੇ ਮੁਤਾਬਕ ਜਿਵੇਂ ਹੁਣ ਵਾਇਰਲੈਸ ਅਤੇ ਈਥਰਨੈਟ ਕੇਬਲਸ ਆਪਣੇ ਕੋਲ ਵੀ ਇੱਥੇ ਮਿਕਸ ਨੇ। ਆਪਾਂ ਵਾਇਰਲੈਸ ਵੀ ਯੂਜ਼ ਕਰਦੇ ਹਾਂ, ਜਿਵੇਂ ਲੈਪਟਾਪ, ਫੋਨ ਨੂੰ ਕਨੈਕਟ ਕੀਤਾ ਹੈ ਵਾਇਰਲੈਸ ਨਾਲ। ਜੇ ਕੋਈ CPU ਕੰਪਿਊਟਰ ਇੱਦਾਂ ਦਾ ਜਿਹਦੇ ਪਿੱਛੇ ਈਥਰਨੈਟ ਕੇਬਲ ਲੱਗ ਸਕਦੀ, ਉੱਥੇ ਆਪਾਂ ਈਥਰਨੈਟ ਕੇਬਲ ਨਾਲ ਕਨੈਕਟ ਕੀਤਾ ਹੋਇਆ। ਤੋ ਕਨੈਕਸ਼ਨ ਮੈਥਡ ਦੇ ਹਿਸਾਬ ਨਾਲ
ਵੰਡੀਏ ਤਾਂ ਇਹ ਦੋ ਕਿਸਮਾਂ ਇਹ ਨੇ, ਈਥਰਨੈਟ ਐਂਡ ਵਾਇਰਲੈਸ, ਕੇਬਲ ਐਂਡ ਬਿਨਾਂ ਵਾਇਰ ਤੋਂ। ਫੰਕਸ਼ਨ ਦੇ ਹਿਸਾਬ ਨਾਲ ਵੰਡੀਏ, ਆਰਕੀਟੈਕਚਰ ਦੇ ਹਿਸਾਬ ਨਾਲ, ਤਾਂ ਜਿਵੇਂ ਪੀਅਰ ਟੂ ਪੀਅਰ ਹੈ, ਇੱਕ ਕਲਾਇੰਟ ਸਰਵਰ ਹੈ। ਹੁਣੇ ਮੈਂ ਗੱਲ ਕੀਤੀ ਸੀਗੀ ਕਿ ਇੱਕ ਨੈਟਵਰਕ ਇੱਦਾਂ ਦਾ ਕਿ ਉਹ 'ਚ ਇੱਕ ਸਰਵਰ ਆ, ਬਾਕੀ ਕਲਾਇੰਟ ਨੇ, ਉਹਨੂੰ ਆਪਾਂ ਕਲਾਇੰਟ ਸਰਵਰ ਕਹਿ ਦਿੰਦੇ ਹਾਂ। ਜੇ ਅਗਰ ਨੈਟਵਰਕ ਇੱਦਾਂ ਦਾ ਜਿਹਦੇ ਵਿੱਚ ਸਾਰੇ ਇੱਕੋ ਜਿਹੇ ਕੰਪਿਊਟਰ ਨੇ, ਕੋਈ ਫਰਕ ਨਹੀਂ ਹੈਗਾ, ਸਾਰਿਆਂ ਨੂੰ ਸਿਰਫ ਆਪਾਂ ਕਨੈਕਸ਼ਨ ਵਾਸਤੇ ਯੂਜ਼ ਕਰਦੇ ਹਾਂ ਕਿ ਆਪਾਂ ਰਿਸੋਰਸ ਸ਼ੇਅਰ ਕਰਨੇ ਆ, ਉਹਨਾਂ ਵਿੱਚ ਕੋਈ ਸਰਵਰ ਨਹੀਂ ਹੈ, ਕੋਈ ਕਲਾਇੰਟ ਨਹੀਂ ਹੈ, ਸਾਰੇ ਕਲਾਇੰਟ ਨੇ, ਸਾਰੇ ਸਰਵਰ ਨੇ, ਤਾਂ ਇੱਦਾਂ ਦੇ ਨੈਟਵਰਕ ਨੂੰ ਆਪਾਂ ਕਹਿ ਦਿੰਦੇ ਹਾਂ ਪੀਅਰ ਟੂ ਪੀਅਰ ਜਾਂ ਵਰਕ ਗਰੁੱਪ। ਤੋ ਇਸ ਹਿਸਾਬ ਨਾਲ ਆਪਾਂ ਜੇ ਆਪਾਂ ਉਹਦੀ ਨੈਟਵਰਕ ਆਰਕੀਟੈਕਚਰ ਜਾਂ ਫੰਕਸ਼ਨਲ ਰਿਲੇਸ਼ਨਸ਼ਿਪ ਦੇ ਨਾਲ ਵੰਡੀਏ ਤਾਂ ਇਹ ਨੈਟਵਰਕ ਦੋ ਕਿਸਮ ਦੇ ਨੇ। ਅਤੇ ਤੀਜਾ ਟਪੋਲੋਜੀ ਦੇ ਹਿਸਾਬ ਨਾਲ ਵੰਡੀਏ ਤਾਂ ਫਿਰ ਉਹ ਪਹਿਲਾਂ ਟਪੋਲੋਜੀਜ਼ ਮੈਂ ਕਰਵਾਤੀਆਂ, ਉਹੀ ਇੱਥੇ ਦੁਆਰਾ ਆਈਆਂ ਹੋਈਆਂ ਨੇ, ਸਟਾਰ ਹੈ ਜਾਂ ਬੱਸ ਹੈ, ਕਿੱਦਾਂ ਦੀ ਟੋਪੋਲੋਜੀ ਯੂਜ਼ ਹੁੰਦੀ ਹੈ। ਇੱਕ ਇਹ ਨੈਟਵਰਕ ਨੂੰ ਵੰਡਣ ਦਾ ਤਰੀਕਾ ਆ। ਇੱਕ ਹੋਰ ਆ ਗਿਆ ਬਾਈ ਪ੍ਰੋਟੋਕੋਲ। ਪ੍ਰੋਟੋਕੋਲ ਦੀ ਪੰਜਾਬੀ ਹੁੰਦੀ ਹੈ, ਪ੍ਰੋਟੋਕੋਲ ਦਾ ਮਤਲਬ ਹੁੰਦਾ ਰੂਲ, ਨਿਯਮ। ਹੁਣ ਜਿਵੇਂ ਨੈਟਵਰਕ ਹੈ, ਇੰਟਰਨੈਟ ਹੈ ਜਾਂ ਕੋਈ ਵੀ ਨੈਟਵਰਕ ਹੈ, ਉਹਦੇ ਵਿੱਚ ਇੰਸਟਰਕਸ਼ਨਾਂ ਜਾਂ ਸਿਗਨਲ ਜਾਣੇ ਆ। ਸਿਗਨਲਸ ਵਾਸਤੇ ਮੰਨ ਲਓ ਇੱਕ ਡਿਵਾਈਸ ਫੋਨ ਹੈ, ਇੱਕ ਕੰਪਿਊਟਰ ਹੈ ਵਿੰਡੋਜ਼ ਵਾਲਾ, ਇੱਕ ਕੰਪਿਊਟਰ ਹੈ ਲਾਈਨੈਕਸ ਵਾਲਾ, ਇੱਕ ਹੋਰ ਐਪਲ ਦਾ ਕੰਪਿਊਟਰ ਆ ਗਿਆ ਜਿਹਦੇ ਵਿੱਚ ਆਪਰੇਟਿੰਗ ਸਿਸਟਮ ਡਿਫਰੈਂਟ ਹੈ। ਹੁਣ ਜਿੰਨੇ ਵੀ ਡਿਵਾਈਸਿਸ ਨੇ, ਅਲੱਗ-ਅਲੱਗ ਕੰਪਨੀਆਂ ਦੇ ਅਲੱਗ-ਅਲੱਗ ਤਰ੍ਹਾਂ ਦੇ ਵਿੱਚ ਆਪਰੇਟਿੰਗ ਸਿਸਟਮ ਨੇ, ਅਲੱਗ-ਅਲੱਗ ਤਰ੍ਹਾਂ ਦਾ ਹਾਰਡਵੇਅਰ ਹੈ, ਪਰ ਸਾਰੇ ਇੱਕ ਨੈਟਵਰਕ ਦੇ ਨਾਲ ਕਨੈਕਟ ਹੋ ਜਾਂਦੇ ਨੇ। ਉਹ ਇਸ ਕਰਕੇ ਕਨੈਕਟ ਹੁੰਦੇ ਆ ਕਿਉਂਕਿ ਉਹਨਾਂ ਸਾਰਿਆਂ ਨੂੰ ਨੈਟਵਰਕ ਦੀ ਜਿਹੜੀ ਲੈਂਗੁਏਜ ਹੈ ਸਿੰਗਲ ਸੇਮ ਆਉਂਦੀ ਹੈ। ਪ੍ਰੋਟੋਕੋਲ ਦਾ ਮਤਲਬ ਹੈ ਇੱਕ ਰੂਲ ਬਣਾਤਾ ਇੰਟਰਨੈਸ਼ਨਲੀ, ਚਾਹੇ ਕੰਪਨੀ ਕੋਈ ਵੀ ਹੈ, ਚਾਹੇ ਹਾਰਡਵੇਅਰ ਕਿਸੇ ਕਿਸਮ ਦਾ ਵੀ ਹੈ, ਉਹਨਾਂ ਨੇ ਉਹ ਸੇਮ ਪ੍ਰੋਟੋਕੋਲ ਨੂੰ ਫੋਲੋ ਕਰਨਾ ਆ। ਜੇ ਉਹ ਸੇਮ ਪ੍ਰੋਟੋਕੋਲ ਫੋਲੋ ਕਰਨਗੇ ਤਾਂ ਹੀ ਇਹ ਪੋਸੀਬਲ ਹੁੰਦਾ ਆ ਕਿ ਜਿਹੜੀ ਜੇ ਅਗਰ ਮੈਂ ਮੰਨ ਲਓ ਇੱਥੋਂ ਇਨਫੋਰਮੇਸ਼ਨ, ਮੈਂ ਵੈਬਸਾਈਟ ਖੋਲ੍ਹੀ, ਕੋਈ ਵੈਬਸਾਈਟ ਖੋਲ੍ਹਣੀ ਹੈ ਤਾਂ ਉਹ ਵੈਬਸਾਈਟ ਮੇਰੇ ਕੰਪਿਊਟਰ 'ਤੇ ਆ ਜਾਣੀ, ਚਾਹੇ ਉਹ ਫ਼ੋਨ ਹੈ, ਐਂਡਰਾਇਡ ਹੈ, ਚਾਹੇ ਉਹ ਵਿੰਡੋਜ਼ ਫ਼ੋਨ ਹੈ ਜਾਂ ਉਹ ਲਾਈਨੈਕਸ ਦਾ ਕੰਪਿਊਟਰ ਹੈ। ਉਹ ਜਿੱਥੋਂ ਵੈਬਸਾਈਟ ਆਉਣੀ ਆ ਉਹ ਕੰਪਿਊਟਰ ਭਾਵੇਂ ਕੋਈ ਹੋਰ ਹੋਵੇ। ਇਹ ਇਸੇ ਕਰਕੇ ਪੋਸੀਬਲ ਹੋਇਆ ਕਿ ਸਾਰੇ ਜਿੰਨੇ ਵੀ ਕਿਸਮ ਦੇ ਕੰਪਿਊਟਰਸ ਇੰਟਰਨੈਸ਼ਨਲੀ ਵਰਲਡ ਵਾਈਡ ਯੂਜ਼ ਹੁੰਦੇ ਨੇ, ਸਾਰੇ ਨੈਟਵਰਕ ਦੀ ਇੱਕ ਸੇਮ ਲੈਂਗੁਏਜ ਹੈ, ਉਹਨੂੰ ਸਮਝਦੇ ਨੇ। ਉਹ ਸਿੰਗਲ ਸੇਮ ਲੈਂਗੁਏਜ ਨੂੰ ਹੀ ਕਹਿੰਦੇ ਨੇ ਪ੍ਰੋਟੋਕੋਲ। ਉਹਨਾਂ ਨੇ ਇੱਕ ਪ੍ਰੋਟੋਕੋਲ ਦਾ ਮਤਲਬ ਰੂਲ ਬਣਾਤੇ, ਔਰ ਉਹ ਰੂਲਸ ਨੂੰ ਸਾਰੇ ਡਿਵਾਈਸਿਸ, ਸਾਰੇ ਸੌਫਟਵੇਅਰ, ਸਾਰੇ ਹਾਰਡਵੇਅਰ, ਸਾਰੀਆਂ ਕੰਪਨੀਆਂ ਮੰਨਦੀਆਂ ਨੇ। ਜਿਹੜੀਆਂ ਮੰਨਣਗੀਆਂ ਉਹ ਉਸ ਨੈਟਵਰਕ ਦਾ ਹਿੱਸਾ ਬਣ ਸਕਦੀਆਂ ਨੇ, ਜਿਹੜੀਆਂ ਨਹੀਂ ਮੰਨਣਗੀਆਂ ਉਸ ਨੈਟਵਰਕ ਦਾ ਹਿੱਸਾ ਬਣ ਹੀ ਨਹੀਂ ਸਕਦੀਆਂ ਹੈਗੀਆਂ। ਤੋ ਪ੍ਰੋਟੋਕੋਲ ਦਾ ਮਤਲਬ ਰੂਲ, ਉਹ ਰੂਲ ਦੇ ਹਿਸਾਬ ਨਾਲ ਵੀ ਨੈਟਵਰਕਸ ਨੂੰ ਡਿਵਾਈਡ ਕੀਤਾ ਜਾ ਸਕਦਾ ਹੈ ਇਹਨਾਂ ਭਾਗਾਂ 'ਚ। Computer networks may be classified according to the communication protocol that are being used in the network. Protocol defines a common set of rules and signals that computers on the network use to communicate. Protocols ਬਾਰੇ ਕਾਫੀ ਸਟੱਡੀ ਤੁਹਾਨੂੰ ਨੈਟਵਰਕਿੰਗ ਚੌਥੇ ਸਮੈਸਟਰ 'ਚ ਸਬਜੈਕਟ 'ਚ ਮਿਲਣੀ ਹੈ। ਉਹਦੇ ਵਿੱਚ ਸਾਰਾ ਕੁਝ ਬੜੀ ਡਿਟੇਲ 'ਚ ਆ ਜਾਂਦਾ ਆ। ਹਾਲੇ ਆਪਾਂ ਸਿਰਫ ਬਸ ਇਹੀ ਸਿੱਖ ਰਹੇ ਹਾਂ ਕਿ ਨੈਟਵਰਕ ਦੇ ਬੇਸਿਕਸ ਕੀ ਨੇ। ਇੱਕ ਲੈਸਨ ਸਾਰਾ ਨੈਟਵਰਕਸ ਆ ਜਾਣਾ ਹੈ ਹੁਣ, ਫਿਰ ਇੱਕ ਬੁੱਕ ਪੂਰਾ ਆਊਗਾ। ਅਤੇ ਨੈਟਵਰਕ ਦਾ ਵੀ ਇੱਕ ਬੁੱਕ ਵੀ ਕਾਫੀ ਨਹੀਂ ਹੈ, ਨੈਟਵਰਕ ਦਾ ਵੀ ਇੱਕ ਅਲੱਗ ਲਾਈਨ ਹੈ, ਇੱਕ ਅਲੱਗ ਬ੍ਰਾਂਚ ਹੈ। ਕਈ ਲੋਕ ਨੈਟਵਰਕਸ ਦੇ ਵਿੱਚ ਐਕਸਪਰਟ ਬਣ ਸਕਦੇ ਨੇ, ਯਾਨੀ ਕਿ ਤੁਹਾਡੇ 'ਚੋਂ ਵੀ ਕਿਸੇ ਨੂੰ ਇੰਟਰਸਟ ਨੈਟਵਰਕਿੰਗ 'ਚ ਹੈ ਤਾਂ ਉਹ ਨੈਟਵਰਕਿੰਗ ਦੇ ਵਿੱਚ ਸਟੱਡੀ ਕਰਨਗੇ। ਤਾਂ ਨੈਟਵਰਕਿੰਗ ਦਾ ਇੱਕ ਅਲੱਗ ਹੀ ਪੂਰੀ ਬ੍ਰਾਂਚ ਹੈ, ਇੱਕ ਬੁੱਕ ਨਹੀਂ, ਮੈਨੀ ਬੁੱਕਸ ਨੇ, ਵਾਈਡ ਸਟੱਡੀ ਇਹਦੀ ਵੀ। ਟੋਪੋਲੋਜੀਜ਼ ਹੋ ਗਈਆਂ ਸੀ, ਐਂਡ ਦੈਨ ਇੱਕ ਹੋਰ ਆ ਗਿਆ ਨੈਟਵਰਕ ਪ੍ਰੋਟੋਕੋਲ। ਨੈਟਵਰਕ ਦੇ ਪ੍ਰੋਟੋਕੋਲਸ ਨੂੰ ਐਕਸਪਲੇਨ ਕਰਦੇ ਆ। ਇਹ ਕੁਐਸਚਨ ਹੈ। ਮੈਂ ਜਿਵੇਂ ਪਹਿਲਾਂ ਦੱਸ ਚੁੱਕਿਆ, ਪ੍ਰੋਟੋਕੋਲ ਦਾ ਮਤਲਬ ਰੂਲ। ਉਹਨਾਂ ਰੂਲਸ ਦੇ ਨਾਮ ਵੀ ਰੱਖਤੇ, ਦੱਸਤਾ ਵੀ ਆਹ ਕੰਮ ਕਰਨ ਵਾਸਤੇ ਆਹ ਰੂਲ ਹੈ, ਉਹਦੀ ਡਿਸਕ੍ਰਿਪਸ਼ਨ ਦੇਤੀ, ਉਹਦੇ ਰੂਲ ਬਣਾ ਕੇ ਉਹਦਾ ਨਾਮ ਰੱਖਤਾ। ਜਿਹੜਾ TCP ਹੈ, ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ, ਇਹ ਇੱਕ ਪ੍ਰੋਟੋਕੋਲ ਬਣਾਤਾ। TCP ਇਜ਼ ਪਾਪੂਲਰ ਕਮਿਊਨੀਕੇਸ਼ਨ ਪ੍ਰੋਟੋਕੋਲ ਵਿਚ ਇਜ਼ ਯੂਜ਼ਡ ਫਾਰ ਕਮਿਊਨੀਕੇਸ਼ਨ ਓਵਰ ਅ ਨੈਟਵਰਕ। ਜਿਵੇਂ ਇਸ ਕੰਪਿਊਟਰ ਤੋਂ ਇਨਫੋਰਮੇਸ਼ਨ ਦੂਜੇ ਕੰਪਿਊਟਰ 'ਤੇ ਜਾਂਦੀ ਹੈ, ਉੱਥੋਂ ਇੱਥੇ ਆਉਂਦੀ ਹੈ, ਜਾਂ ਇੰਟਰਨੈਟ ਦੇ ਥਰੂ ਵੀ ਇਨਫੋਰਮੇਸ਼ਨ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ 'ਤੇ ਜਾਂਦੀ ਹੈ। ਉਹ ਜਿਹੜੀ ਇਨਫੋਰਮੇਸ਼ਨ ਟਰੈਵਲ ਕਰਨ ਵਾਸਤੇ ਟਰਾਂਸਮਿਸ਼ਨ ਜਿਹੜਾ ਉਹ ਕਿਵੇਂ ਹੋਣੀ ਹੈ,
ਉਹਦੇ ਇੱਕ ਰੂਲ ਬਣਾਤੇ। ਜਿਵੇਂ ਮੈਂ ਮੋਟੀ ਜਿਹੀ ਗੱਲ ਦੱਸਾਂ ਕਿ ਕੀ ਕਰਦੇ ਨੇ, ਸਪੋਜ਼ ਕਰੋ ਕਿ ਮੈਂ ਇੱਕ ਮੇਰੇ ਕੋਲ ਕੁਝ ਕਿਤਾਬਾਂ ਨੇ ਜਾਂ ਕੁਝ ਡਾਕੂਮੈਂਟਸ ਨੇ, ਉਹ ਮੈਂ ਬਾਈ ਪੋਸਟ ਭੇਜਣੇ ਆ। ਬਾਈ ਪੋਸਟ ਭੇਜਣ ਵਾਸਤੇ ਐਂ ਤਾਂ ਨਹੀਂ ਕਿ ਕਿਤਾਬ ਚੱਕੋ ਤੇ ਡਾਕਖਾਨੇ ਸਿੱਟੇ ਹੋ ਜਾ ਕੇ ਆਪੇ ਪਹੁੰਚ ਜੂਗੀ ਕਿਤੇ। ਉਹਦਾ ਵੀ ਕੋਈ ਰੂਲ ਹੈ ਕਿ ਤੁਸੀਂ ਪਹਿਲਾਂ ਇਨਵੈਲਪ ਲਾਓ ਜਾਂ ਕੋਈ ਨੂੰ ਪੈਕ ਕਰੋ, ਔਰ ਫਿਰ ਉਹਦੇ 'ਚ ਵੀ ਇੱਕ ਰੂਲ ਹੈ ਕਿ ਤੁਸੀਂ ਉਹ ਜਿੱਥੇ ਭੇਜਣੀ ਹੈ ਉਸ ਪੈਕਟ ਦੇ ਉੱਤੇ, ਉਹ ਪੈਕਟ ਬਣਾਓ ਪਹਿਲਾਂ ਤਾਂ, ਪੈਕਟ ਦੇ ਉੱਤੇ ਇੱਕ ਲੇਬਲ ਜਾਂ ਕੋਈ ਲਿਖੋ ਵਧੀਆ ਕਲੀਅਰ ਜਿਹੇ ਪੈਨ ਨਾਲ ਕਿ ਉਹ ਜਿੱਤੇ ਜਾਣੀ ਆ ਉਹਦਾ ਐਡਰੈਸ ਕੀ ਹੈ। ਉਹਦਾ ਐਡਰੈਸ ਵੀ ਲਿਖਣ ਦਾ ਰੂਲ ਹੈ ਕਿ ਪਹਿਲਾਂ ਨੇਮ ਲਿਖੋ, ਉਸ ਤੋਂ ਬਾਅਦ ਉਹਦਾ ਸਟਰੀਟ ਨੰਬਰ ਜਾਂ ਹਾਊਸ ਨੰਬਰ ਲਿਖੋ, ਫਿਰ ਸਟਰੀਟ ਨੰਬਰ, ਫਿਰ ਏਰੀਆ, ਫਿਰ ਸਭ ਤੋਂ ਨੀਚੇ ਉਹ ਸਿਟੀ ਲਿਖੋ ਜਿੱਥੇ ਹੈਗੀ ਆ, ਉਸ ਤੋਂ ਨੀਚੇ ਸਟੇਟ ਲਿਖੋ, ਉਸ ਤੋਂ ਨੀਚੇ ਕੰਟਰੀ ਲਿਖੋ, ਉਸ ਤੋਂ ਨੀਚੇ ਪਿੰਨ ਕੋਡ ਲਿਖੋ। ਜਦੋਂ ਉਹ ਡਾਕ ਰਾਹੀਂ ਤੁਸੀਂ ਭੇਜਣੀ ਹੈ ਤਾਂ ਡਾਕੀਏ ਨੇ ਉੱਪਰਲਾ ਐਡਰੈਸ ਨਹੀਂ ਪੜ੍ਹਨਾ, ਨੀਚੋਂ ਸ਼ੁਰੂ ਕਰਨਾ ਆ। ਉਹਨੇ ਨੀਚੇ ਦੇਖਣਾ ਕਿ ਕਿਹੜੀ ਕੰਟਰੀ ਆ, ਉਹਨੇ ਉਹ ਕੰਟਰੀ ਵਾਲੇ ਡੱਬੇ 'ਚ ਜਾਂ ਉਸ ਕੰਟਰੀ ਵਾਲੇ ਵਹੀਕਲ ਦੇ ਵਿੱਚ ਉਹ ਡਾਕ ਪਾਉਣੀ ਹੈ। ਕਿਉਂਕਿ ਇਹ ਤਾਂ ਹੈ ਨਹੀਂ ਕਿ ਡਾਕੇ ਕੋਲ ਜਦੋਂ ਡਾਕੀ ਸਾਰੇ ਇੱਕ ਪਾਸੇ ਜਾਣੀ ਹੈ, ਕੋਈ ਇੰਡੀਆ ਤੋਂ ਬਾਹਰ, ਕੋਈ ਇੰਡੀਆ 'ਚ, ਫਿਰ ਇੰਡੀਆ ਦੇ ਵਿੱਚ ਕੋਈ ਪੰਜਾਬ 'ਚ, ਕੋਈ ਹਿਮਾਚਲ 'ਚ, ਕੋਈ ਮਹਾਰਾਸ਼ਟਰ 'ਚ, ਕੋਈ ਕਿਤੇ ਹੋਰ, ਕੋਈ ਕਿਤੇ ਹੋਰ। ਤਾਂ ਫਿਰ ਉਹ ਇਹ ਸਾਰੀਆਂ ਡਾਕਸ ਨੂੰ ਇੱਕ ਥਾਂ 'ਤੇ ਨਹੀਂ, ਉਹ ਅਕੋਰਡਿੰਗਲੀ ਸ਼ਾਰਟਿੰਗ ਕਰਕੇ ਉਸ ਪਾਸੇ ਭੇਜਣ ਵਾਸਤੇ ਉਹ ਵਹੀਕਲ 'ਚ, ਉਸ ਗੱਡੀ 'ਚ ਭੇਜਣਗੇ ਜਿਹੜੀ ਗੱਡੀ ਉਸ ਪਾਸੇ ਜਾਣ ਵਾਲੀ ਹੈ। ਉਹਦੇ ਵੀ ਰੂਲ ਬਣਾਏ ਹੋਏ ਨੇ। ਇੱਦਾਂ ਹੀ ਇੱਥੇ ਹੈ ਕਿ ਜਿਹੜੀ ਇਨਫੋਰਮੇਸ਼ਨ ਤੁਸੀਂ ਇੱਥੋਂ ਕਿਤੇ ਭੇਜਣੀ ਹੈ ਜਾਂ ਉੱਥੋਂ ਕਿਤੇ ਇੱਧਰ ਆਉਣੀ ਹੈ, ਇਨਫੋਰਮੇਸ਼ਨ ਭੇਜਣ ਵਾਸਤੇ ਉਹਨਾਂ ਨੇ ਵੀ ਰੂਲ ਬਣਾਤੇ ਕਿ ਇਨਫੋਰਮੇਸ਼ਨ ਮੀਨਸ ਫਾਈਲ ਹੀ ਮੰਨ ਲਓ, ਉਸ ਫਾਈਲ ਨੂੰ ਇਹ ਪੈਕਟਾਂ 'ਚ ਬਣਾ ਲਊਗਾ, ਪੈਕਟ ਦਾ ਫਿਕਸ ਸਾਈਜ਼ ਰੱਖੂਗਾ, ਹਰ ਪੈਕਟ ਦੇ ਉੱਤੇ ਲਿਖੂਗਾ ਕਿ ਇਹ ਇਨਫੋਰਮੇਸ਼ਨ ਕਿੱਥੇ ਜਾਣੀ ਹੈ। ਇਨਫੋਰਮੇਸ਼ਨ ਇੱਕ ਨਹੀਂ ਹੈਗੀ, ਇਹ ਤਾਂ ਹੈ ਨਹੀਂ ਕਿ ਬਸ ਇਕੱਲਾ ਮੇਰਾ ਕੰਪਿਊਟਰ ਦੂਜੇ ਕੰਪਿਊਟਰ ਨਾਲ ਕਨੈਕਟਡ ਹੈ ਅਤੇ ਹੋਰ ਬਾਕੀ ਸਾਰੇ ਬੰਦ ਨੇ। ਕੋਈ ਇਨਫੋਰਮੇਸ਼ਨ ਕਿੱਥੋਂ ਕਿਤੇ ਜਾਂਦੀ ਹੈ, ਕੋਈ ਕਿਤੋਂ ਜਾਂਦੀ ਹੈ। ਮਤਲਬ ਜਿਵੇਂ ਇਹ ਮੰਨ ਲਓ ਰੋਡ ਦੇ ਉੱਤੇ ਟ੍ਰੈਫਿਕ ਚੱਲਦੀ ਹੈ, ਉਹ ਟ੍ਰੈਫਿਕ ਦੇ ਵੀ ਨਿਯਮ ਨੇ, ਉਸ ਨਿਯਮ ਦੇ ਮੁਤਾਬਕ ਚੱਲਾਂਗੇ ਤਾਂ ਐਕਸੀਡੈਂਟ ਰੁਕਦੇ ਨੇ, ਜੇ ਨਿਯਮ ਤੋੜਾਂਗੇ ਤਾਂ ਐਕਸੀਡੈਂਟ ਹੁੰਦੇ ਨੇ। ਇੱਦਾਂ ਹੀ ਇਨਫੋਰਮੇਸ਼ਨ ਵੀ ਇੱਕ ਥਾਂ ਤੋਂ ਦੂਜਿਆਂ 'ਤੇ ਭੇਜਣੀ ਹੈ ਤਾਂ ਉਹਦੇ ਰੂਲ ਬਣਾਏ ਹੋਏ ਨੇ, ਉਹ ਰੂਲਸ ਦੇ ਮੁਤਾਬਕ ਇਨਫੋਰਮੇਸ਼ਨ ਇਹਨੇ ਰੈਡੀ ਕਰਕੇ ਪੈਕਟ ਬਣਾ ਦੇਣੇ ਆ। ਉਹੀ ਜਿਵੇਂ ਡਾਕ 'ਚ ਪੈਕਟ ਬਣਦੇ ਇੱਦਾਂ ਇੱਥੇ ਵੀ ਪੈਕਟ ਬਣਦੇ ਆ। ਉਹ ਪੈਕਟ ਕਿਵੇਂ ਬਣਨੇ ਆ, ਪੈਕਟ 'ਤੇ ਕੀ ਲਿਖਣਾ ਆ, ਉਹ ਪੈਕਟ 'ਤੇ ਲਿਖਣ ਦੀ ਕੀ ਲੈਂਗੁਏਜ ਹੈ, ਕੀ ਕੋਡਿੰਗ ਹੈ, ਕਿਹੜੀ ਸਿਸਟਮ ਨੂੰ ਯੂਜ਼ ਕਰਨਾ ਆ, ਉਹ ਇੱਕ ਉਹਨਾਂ ਨੇ ਪ੍ਰੋਟੋਕੋਲ ਬਣਾਤਾ। ਹੁਣ ਜਦੋਂ ਪੈਕਟ ਬਣਾ ਕੇ, ਜਿਵੇਂ ਡਾਕ ਦੀ ਗੱਲ ਕਰਦੇ ਹਾਂ, ਡਾਕ ਦੇ ਉੱਤੇ ਇੱਕ ਪੈਕਟ ਦੇ ਉੱਤੇ ਉਹਨਾਂ ਦੇ ਐਡਰੈਸ ਲਿਖੇ ਹੋਏ ਨੇ, ਤਾਂ ਹਰ ਇੱਕ ਨੂੰ ਪਤਾ ਵੀ ਆਹ ਤਰੀਕੇ ਨਾਲ, ਮਤਲਬ ਜਿਹਨੇ ਇੱਥੋਂ ਭੇਜਣਾ ਅਤੇ ਉੱਧਰੋਂ ਰਿਸੀਵਰ ਕਰਨਾ, ਉਹਨਾਂ ਦੋਨਾਂ ਨੂੰ ਸੇਮ ਲੈਂਗੁਏਜ ਦਾ ਪਤਾ ਹੋਊਗਾ। ਤਾਂ ਹੀ ਹੈ ਨਾ, ਭੇਜਣ ਵਾਲੇ ਨੇ ਕੋਈ ਹੋਰ ਕੋਡ ਪਾਤੇ, ਰਿਸੀਵਰ ਨੂੰ ਪਤਾ ਨਹੀਂ ਕੋਡ ਕੀ ਪਾਏ ਹੋਏ ਨੇ, ਤਾਂ ਫਿਰ ਉਹ ਡਾਟਾ ਉੱਥੇ ਜਾਊਗਾ ਤਾਂ ਵਿਗੜ ਜਾਊਗਾ। ਤਾਂ ਜਿਹੜੇ ਭੇਜਣ ਵਾਲੇ ਨੂੰ ਕੋਡ ਪਤਾ ਨੇ, ਕਨਵਰਟ ਕਰਨ ਵਾਲੇ ਉਹੀ ਕੋਡ ਉੱਥੇ ਰਿਸੀਵਰ ਨੂੰ ਵੀ ਪਤਾ ਨੇ। ਤਾਂ ਉਹ ਜਿਹੜਾ ਸਾਰਾ ਪ੍ਰੋਟੋਕੋਲ ਹੈ, ਸਾਰਾ ਸਿਸਟਮ ਹੈ, ਇਹ ਮਤਲਬ TCP ਇੱਕ ਨਿੱਕੀ ਜਿਹੀ ਗੱਲ ਨਹੀਂ ਹੈ ਵੱਡੀ ਗੱਲ। ਬਟ ਉਹ ਪ੍ਰੋਟੋਕੋਲ ਜਿਹੜਾ ਯੂਜ਼ ਹੁੰਦਾ ਇਨਫੋਰਮੇਸ਼ਨ ਇੱਕ ਥਾਂ ਤੋਂ ਦੂਜਿਆਂ 'ਤੇ ਭੇਜਣ ਵਾਲਾ, ਉਸ ਪ੍ਰੋਟੋਕੋਲ ਦੇ ਅੰਦਰ ਕਾਫੀ ਕੁਛ ਹੈ, ਉਹਦੇ ਅੰਦਰ ਵੀ ਕਾਫੀ ਟੌਪਿਕਸ ਨੇ। ਇੱਕ ਆਪਣੇ ਆਪ 'ਚ ਇੱਕ ਬੁੱਕ ਹੈ, ਉਸ ਦਾ ਨਾਮ ਰੱਖਦਾ TCP। ਇੰਟਰਨੈਟ ਵੀ ਇਹਨੂੰ ਯੂਜ਼ ਕਰਦਾ ਆ। ਇੱਕ ਹੋਰ ਪ੍ਰੋਟੋਕੋਲ ਨੈਕਸਟ ਹੈ ਇੰਟਰਨੈਟ ਪ੍ਰੋਟੋਕੋਲ। ਇਹ ਮਿਕਸਚਰ ਹੈ, TCP ਟਰਾਂਸਮਿਸ਼ਨ ਕਿੱਦਾਂ ਕਰਨੀ ਹੈ, ਇੱਕ ਇੰਟਰਨੈਟ ਪ੍ਰੋਟੋਕੋਲ ਅਲੱਗ ਹੈ। ਇਹ ਦੋਨੋਂ ਇਕੱਠੇ ਮਿਕਸ ਹੋ ਜਾਂਦੇ ਨੇ। TCP IP ਇੰਟਰਨੈਟ ਦੋਨਾਂ ਨੂੰ ਯੂਜ਼ ਕਰਦਾ ਆ, ਟਰਾਂਸਮਿਸ਼ਨ ਵਾਸਤੇ ਅਤੇ ਇੰਟਰਨੈਟ ਵਾਸਤੇ। IP ਇੰਟਰਨੈਟ ਪ੍ਰੋਟੋਕੋਲ ਇਜ਼ ਡਿਜ਼ਾਈਨਡ ਐਕਸਪਲਿਸਿਟਲੀ ਐਜ਼ ਐਡਰੈਸਿੰਗ ਪ੍ਰੋਟੋਕੋਲ। ਮੈਂ ਪਹਿਲਾਂ ਪਤਾ ਨਹੀਂ ਗੱਲ ਕੀਤੀ ਕਿ ਨਹੀਂ, ਮੈਂ ਦੱਸਣਾ ਹੁਣ ਚਾਹੁੰਦਾ ਹਾਂ, ਜਿੰਨੇ ਵੀ ਕੰਪਿਊਟਰਸ ਇੱਕ ਨੈਟਵਰਕ ਦੇ ਨਾਲ ਕਨੈਕਟਡ ਨੇ, ਹਰ ਇੱਕ ਕੰਪਿਊਟਰ ਦਾ ਕੋਈ ਨਾ ਕੋਈ IP ਐਡਰੈਸ ਹੁੰਦਾ ਹੈ। IP ਐਡਰੈਸ ਇੰਟਰਨੈਟ ਪ੍ਰੋਟੋਕੋਲ ਐਡਰੈਸ। ਇਹ IP ਪ੍ਰੋਟੋਕੋਲ ਨਹੀਂ ਲੋਕਾਂ ਨੂੰ ਦੱਸਿਆ ਵੀ ਤੁਸੀਂ ਕੀ ਕਰਨਾ ਆ। ਜਿੰਨੇ ਵੀ ਕੰਪਿਊਟਰਸ ਨੈਟਵਰਕ ਨਾਲ ਕਨੈਕਟਡ ਨੇ, ਹਰ ਕੰਪਿਊਟਰ ਦਾ ਕੋਈ ਨਾ ਕੋਈ ਯੂਨੀਕ ਐਡਰੈਸ ਹੋਣਾ ਚਾਹੀਦਾ ਹੈ। ਨਿਊਮੈਰਿਕ ਐਡਰੈਸ ਹੁੰਦਾ ਉਹ, ਜਿੱਦਾਂ ਮੋਬਾਈਲ ਨੰਬਰ ਹਰ ਇੱਕ ਦਾ ਅਲੱਗ-ਅਲੱਗ ਮੋਬਾਈਲ ਨੰਬਰ ਹੈ, ਮੋਬਾਈਲ ਨੰਬਰ ਨਿਊਮੈਰਿਕ ਐਡਰੈਸ ਹੈ। ਇੱਦਾਂ ਹੀ ਇੱਥੇ ਵੀ ਜਿਹੜਾ ਇੰਟਰਨੈਟ ਪ੍ਰੋਟੋਕੋਲ ਹੈ, ਇਹਨੇ ਇਹ ਰੂਲ ਬਣਾਤਾ ਕਿ ਹਰ ਕੰਪਿਊਟਰ ਦਾ ਇੱਕ IP ਐਡਰੈਸ ਹੋਵੇ। IP ਇੰਟਰਨੈਟ ਪ੍ਰੋਟੋਕੋਲ ਐਡਰੈਸ, ਉਹਦਾ ਨਾਮ ਹੀ ਆਪਾਂ IP ਐਡਰੈਸ ਕਹਤਾ, ਯਾਨੀ ਹਰ ਕੰਪਿਊਟਰ ਦਾ ਇੱਕ ਐਡਰੈਸ ਹੋਵੇ। ਅਤੇ ਜਦੋਂ ਇਨਫੋਰਮੇਸ਼ਨ ਕਿਸੇ ਥਾਂ 'ਤੇ ਇੱਕ ਥਾਂ ਤੋਂ ਦੂਜੇ ਥਾਂ 'ਤੇ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ 'ਤੇ ਜਾਣੀ ਹੈ, ਤਾਂ ਉਹ ਪੈਕਟ ਬਣਨਗੇ। ਪੈਕਟ 'ਤੇ ਲਿਖਿਆ ਹੋਊਗਾ ਕਿ ਇਹ ਇਨਫੋਰਮੇਸ਼ਨ ਕਿਹੜੇ IP ਐਡਰੈਸ ਵਾਸਤੇ ਹੈ, ਤਾਂ ਕਿ ਜਿਹੜਾ TCP ਆ ਉਹ ਫਿਰ ਉਹਨੂੰ ਪਤਾ ਹੋਊਗਾ ਵੀ ਆਹ IP ਐਡਰੈਸ ਹੈ, ਉਸ IP ਐਡਰੈਸ ਨੂੰ ਭੇਜੂਗਾ, ਬਾਕੀਆਂ ਨੂੰ ਨਹੀਂ ਭੇਜੂਗਾ। ਤੋ ਐਡਰੈਸਿੰਗ ਵਾਲਾ ਜਿਹੜਾ ਇੱਕ ਪ੍ਰੋਟੋਕੋਲ ਬਣਾਇਆ, ਉਹਦਾ ਨਾਂ ਰੱਖਤਾ ਇੰਟਰਨੈਟ ਪ੍ਰੋਟੋਕੋਲ। ਇੰਟਰਨੈਟ ਪ੍ਰੋਟੋਕੋਲ ਦਾ ਨਾਂ ਹੀ ਰੱਖਤਾ IP ਇੰਟਰਨੈਟ ਪ੍ਰੋਟੋਕੋਲ। ਇਹ ਵੀ ਪ੍ਰੋਟੋਕੋਲ ਹੈ। ਇੱਦਾਂ ਹੀ UDP ਯੂਜ਼ਰ ਡਾਟਾਗ੍ਰਾਮ ਪ੍ਰੋਟੋਕੋਲ।
UDP is a substitute communication protocol to transmission control protocol implemented primarily for creating loss tolerance and low latency linking between different applications। ਇਹ ਵੀ TCP ਵਰਗਾ ਹੀ ਇੱਕ ਹੋਰ ਪ੍ਰੋਟੋਕੋਲ ਆ, ਉਹਦਾ ਸਬਸਟੀਟਿਊਟ ਹੈ। ਕਈ ਥਾਵਾਂ ਦੇ ਉੱਤੇ ਜਾਂ ਕਿਤੇ TCP ਨਹੀਂ ਯੂਜ਼ ਹੋਊਗਾ, ਉੱਥੇ UDP ਯੂਜ਼ ਹੋਊਗਾ। ਇਸ ਤੋਂ ਅੱਗੇ ਚੱਲਦੇ ਹਾਂ POP। ਇਹ ਈਮੇਲ ਵਾਸਤੇ ਯੂਜ਼ ਹੁੰਦਾ ਆ। ਜਿਵੇਂ ਆਪਾਂ Gmail ਯੂਜ਼ ਕਰਦੇ ਹਾਂ ਜਾਂ ਕੋਈ ਵੀ ਵੈਬ ਯੂਜ਼ ਕਰਕੇ ਈਮੇਲ ਸੈਂਡ ਕਰਦੇ ਹਾਂ ਜਾਂ ਰਿਸੀਵ ਕਰਦੇ ਹਾਂ, ਈਮੇਲਸ ਨੂੰ ਭੇਜਣ ਵਾਸਤੇ ਅਨੇਕਾਂ ਹੀ ਵੈਬਸਾਈਟਸ ਨੇ, ਅਨੇਕਾਂ ਹੀ ਵੈਬ ਸਰਵਰਸ ਨੇ, ਅਨੇਕਾਂ ਕਿਸਮ ਦੇ ਕੰਪਿਊਟਰਸ ਨੇ। ਬਟ ਈਮੇਲ ਸਾਰੇ ਜਿੰਨੇ ਵੀ ਈਮੇਲ ਦੇ ਸੋਫਟਵੇਅਰ ਜਾਂ ਹਾਰਡਵੇਅਰਸ ਨੇ ਉਹ ਸੇਮ ਇਸ ਪ੍ਰੋਟੋਕੋਲ ਨੂੰ ਫੋਲੋ ਕਰਨਗੇ, ਤਾਂ ਸਾਡੀ ਮੇਲ ਇੱਥੋਂ ਉੱਥੇ ਜਾਂਦੀ ਹੈ, ਉੱਥੋਂ ਇੱਥੇ ਆਉਂਦੀ ਹੈ। तो उस प्रोटोकॉल का नाम रखता POP। POP3 ਉਹਦਾ ਵਰਜ਼ਨ ਹੈ POP3। POP ਕੱਲਾ POP3 ਪੈ ਗਿਆ, ਜਦੋਂ ਮੋਡੀਫਿਕੇਸ਼ਨਸ ਕੀਤੀਆਂ ਦੈਨ POP3 ਵਰਜ਼ਨ ਬਣ ਗਿਆ। ਇੱਕ ਹੋਰ ਈਮੇਲ ਵਾਸਤੇ ਪ੍ਰੋਟੋਕੋਲ ਹੈ SMTP, ਸਿੰਪਲ ਮੇਲ ਟਰਾਂਸਪੋਰਟ ਪ੍ਰੋਟੋਕੋਲ। ਇਹ ਵੀ ਈਮੇਲ ਸੈਂਡ ਐਂਡ ਰਿਸੀਵ ਕਰਨ ਵਾਸਤੇ ਇੱਕ ਹੋਰ ਪ੍ਰੋਟੋਕੋਲ ਹੈ। POP ਵੀ ਪ੍ਰੋਟੋਕੋਲ ਹੈ, SMTP ਵੀ ਪ੍ਰੋਟੋਕੋਲ ਹੈ। ਵਨ ਮੋਰ ਰੂਲ FTP ਫਾਈਲ ਟਰਾਂਸਫਰ ਪ੍ਰੋਟੋਕੋਲ। ਇਹ ਕੀ ਹੁੰਦਾ, ਜਿਵੇਂ ਆਪਾਂ ਵੈਬ ਸਰਵਰ ਇੱਕ ਹਾਇਰ ਕਰ ਲਿਆ ਜਾਂ ਆਪਾਂ ਇੱਕ ਰੈਂਟ 'ਤੇ ਲੈ ਲਿਆ, ਅਸੀਂ ਇੱਥੇ ਕੋਈ ਵੈਬਸਾਈਟ ਬਣਾਈ ਆ, ਉਹ ਵੈਬਸਾਈਟ ਸਰਵਰ 'ਚ ਅਪਲੋਡ ਕਰਨੀ ਹੈ, ਜਾਂ ਕਿਸੇ ਸਰਵਰ ਤੋਂ ਕੋਈ ਫਾਈਲ ਡਾਊਨਲੋਡ ਕਰਦੇ ਹਾਂ। ਜਦੋਂ ਫਾਈਲ ਡਾਊਨਲੋਡ ਕਰਦੇ ਹਾਂ ਜਾਂ ਅਪਲੋਡ ਕਰਦੇ ਹਾਂ, ਅਪਲੋਡ ਦਾ ਮਤਲਬ ਇੱਥੋਂ ਸਰਵਰ ਨੂੰ ਭੇਜੀ, ਸਰਵਰ ਤੋਂ ਡਾਊਨਲੋਡ ਕੀਤੀ। ਜਦੋਂ ਫਾਈਲ ਟਰਾਂਸਫਰ ਹੁੰਦੀ ਹੈ, ਫਾਈਲ ਟਰਾਂਸਫਰ ਹੋਣ ਵਾਸਤੇ ਵੀ ਇੱਕ ਪ੍ਰੋਟੋਕੋਲ ਬਣਾਇਆ ਗਿਆ, ਉਹ ਪ੍ਰੋਟੋਕੋਲ ਨੂੰ ਵਰਤਿਆ ਜਾਂਦਾ ਹੈ। ਆਪਣੇ ਆਪ ਬੈਕ 'ਤੇ ਪ੍ਰੋਟੋਕੋਲ ਕੰਮ ਕਰਦੇ ਨੇ, ਪ੍ਰੋਟੋਕੋਲ ਦੇ ਮੁਤਾਬਕ ਹੀ ਫਾਈਲ ਆਉਂਦੀ ਜਾਂਦੀ ਹੈ। ਤਾਂ ਉਸ ਪ੍ਰੋਟੋਕੋਲ ਦਾ ਨਾਮ ਰੱਖਤਾ FTP ਫਾਈਲ ਟਰਾਂਸਫਰ ਪ੍ਰੋਟੋਕੋਲ। ਵਨ ਮੋਰ ਇਜ਼ HTTP ਹਾਈਪਰ ਟੈਕਸਟ ਟਰਾਂਸਫਰ ਪ੍ਰੋਟੋਕੋਲ। ਜਦੋਂ ਤੁਸੀਂ ਕੋਈ ਵੈਬਸਾਈਟ ਖੋਲ੍ਹਦੇ ਹੋ, ਮੰਨ ਲਓ ਆਪਾਂ ਲਿਖਤਾ saneval.com ਬਰਾਊਜ਼ਰ 'ਤੇ, ਤਾਂ ਤੁਸੀਂ ਕਦੇ ਨੋਟ ਕੀਤਾ ਉਹ saneval.com ਦੇ ਮੂਹਰੇ ਲਿਖਿਆ ਹੁੰਦਾ HTTP:// ਉਹ ਕੀ ਹੈ? ਜਦੋਂ ਆਪਾਂ ਵੈਬਸਾਈਟ ਖੋਲ੍ਹਦੇ ਹਾਂ ਤਾਂ ਵੈਬਸਾਈਟ ਖੋਲ੍ਹਣ ਵਾਸਤੇ ਆਪਾਂ ਐਡਰੈਸ ਬਣਾਇਆ, ਉਹ ਐਡਰੈਸ ਬਣਾਉਣਾ ਉਹ ਇਸ ਪ੍ਰੋਟੋਕੋਲ ਦਾ ਹਿੱਸਾ ਆ। ਯਾਨੀ ਇਸ ਪ੍ਰੋਟੋਕੋਲ ਨੇ ਕਿਹਾ ਵੀ ਤੁਹਾਡੀਆਂ ਜਿੰਨੀਆਂ ਵੀ ਵੈਬਸਾਈਟਾਂ ਨੇ, ਹਰ ਵੈਬਸਾਈਟ ਦਾ ਕੋਈ ਨਾ ਕੋਈ IP ਐਡਰੈਸ ਤਾਂ ਹੈਗਾ ਉਸ ਸਰਵਰ 'ਤੇ ਜਿੱਥੇ ਵੈਬਸਾਈਟ ਪਈ ਹੈ, ਲੇਕਿਨ ਉਸ IP ਐਡਰੈਸ ਨੂੰ ਯਾਦ ਕਰਨਾ ਔਖਾ ਆ। ਤਾਂ ਉਸ IP ਐਡਰੈਸ ਦੀ ਥਾਂ 'ਤੇ ਉਹਦਾ ਕੋਈ ਨਾਮ ਰੱਖਿਆ ਜਾਵੇ, ਉਹਨੂੰ ਆਪਾਂ ਕਹਿੰਦੇ ਹਾਂ URL। ਜਿਹੜਾ URL ਹੈ ਉਸ ਸਰਵਰ ਦੇ ਉੱਤੇ ਵੈਬਸਾਈਟ ਦਾ, ਉਹਦਾ ਬਕਾਇਦਾ ਬੈਕ ਦੇ ਉੱਤੇ ਕੋਈ ਨਾ ਕੋਈ ਉਹਦਾ IP ਐਡਰੈਸ ਵੀ ਹੈਗਾ ਆ। ਉਹ URL ਬਣਾਇਆ, URL ਲਿਖ ਕੇ ਐਂਟਰ ਦੱਬੋ, ਦੈਨ ਉਹ URL ਕਿਵੇਂ ਜਾਣਾ ਆ, ਸਰਵਰ ਤੱਕ ਕਿਵੇਂ ਪਹੁੰਚੂਗਾ, ਉਹਦਾ ਪਹੁੰਚਣ ਦਾ ਤਰੀਕਾ, ਉਹਦੇ ਪਹੁੰਚਣ ਦੇ ਜਿਹੜੇ ਰੂਲਸ ਨੇ, ਉਹਨੂੰ ਆਪਾਂ HTTP ਪ੍ਰੋਟੋਕੋਲ ਕਹਿ ਦਿੰਦੇ ਹਾਂ। ਕਿ ਉਸ ਐਡਰੈਸ ਦੇ ਵਿੱਚ ਜਿਹੜੀ ਆਪਾਂ ਕ੍ਰੋਮ ਜਾਂ ਕਿਸੇ ਬਰਾਊਜ਼ਰ ਦੇ ਵਿੱਚ ਐਡਰੈਸ ਬਾਰ ਦੇ ਵਿੱਚ ਵੈਬਸਾਈਟ ਲਿਖਣ ਵਾਸਤੇ ਆਪਾਂ ਉਹਦਾ URL ਲਿਖ ਕੇ ਐਂਟਰ ਦੱਬਦੇ ਹਾਂ, ਦੈਨ ਕੀ ਹੁੰਦਾ ਆ, ਦੈਨ ਇਹ ਕੰਮ ਜਾਂ ਦੈਨ ਜਿਹੜਾ ਕੰਮ ਵੀ ਹੁੰਦਾ, ਉਹ ਜਿਹੜੇ ਰੂਲਸ ਫੋਲੋ ਕੀਤੇ ਜਾਂਦੇ ਨੇ ਨੈਟਵਰਕ ਦੇ ਥਰੂ, ਨੈਟਵਰਕ ਦੇ ਦੁਆਰਾ, ਉਹ ਰੂਲਸ ਨੂੰ ਆਪਾਂ HTTP ਕਹਿ ਦਿੰਦੇ ਹਾਂ। ਬਕਾਇਦਾ ਇਹ ਵੀ ਇੱਕ ਪੂਰਾ ਲੈਸਨ ਹੈ, ਪੂਰਾ ਇੱਕ ਇਹਦੇ 'ਤੇ ਵੀ ਅਲੱਗ ਡਿਸਕ੍ਰਿਪਸ਼ਨ ਹੈ। ਹਾਲੇ ਆਪਾਂ ਸਿਰਫ HTTP ਕੀ ਹੈ ਉਹੀ ਪੜ੍ਹ ਰਹੇ ਹਾਂ। ਇੱਕ ਹੋਰ ਆ ਗਿਆ HTTPS। HTTP ਨਹੀਂ ਯੂਜ਼ ਹੁੰਦਾ ਹੈਗਾ, ਉਹਦਾ ਨਵਾਂ ਰੂਪ ਹੈ HTTPS ਸਿਕਿਉਰ। ਇਹ ਯੂਜ਼ ਹੁੰਦਾ ਆ। ਮੈਂ ਤੁਹਾਨੂੰ ਇੱਥੇ ਬਰਾਊਜ਼ਰ 'ਚ ਦਿਖਾ ਵੀ ਦਿੰਦਾ। ਇੱਕ ਵਾਰੀ ਮੈਂ ਕ੍ਰੋਮ ਖੋਲ੍ਹਿਆ, ਜਿੱਦਾਂ ਵੈਬਸਾਈਟ ਹੈ, ਇਹਦੇ ਨਾ ਮੂਹਰੇ ਆਪਾਂ ਚੱਲਦੇ ਹਾਂ, ਇਹਦੇ ਮੂਹਰੇ ਦੇਖੋ ਲਿਖਿਆ ਹੈ HTTPS। ਇਹਦੇ ਬਿਗਨਿੰਗ 'ਤੇ ਚੱਲਦੇ ਆ ਨਾ, HTTPS ਲਿਖਿਆ ਆ। HTTPS ਦਾ ਮਤਲਬ ਸਿਕਿਉਰ। ਇਹਦਾ ਮਤਲਬ ਇਹ ਵੀ ਇਹ ਵੈਬਸਾਈਟ ਜਿਹੜੇ ਕਿਸੇ ਵਿਅਕਤੀ ਜਾਂ ਕਿਸੇ ਕੰਪਨੀ ਜਾਂ ਕਿਸੇ ਆਰਗੇਨਾਈਜੇਸ਼ਨ ਜਾਂ ਕਿਸੇ ਬਿਜ਼ਨਸ ਨੇ ਬਣਾਈ ਹੋਈ ਹੈ, ਉਸ ਬਿਜ਼ਨਸ ਬਾਰੇ ਇਨਫੋਰਮੇਸ਼ਨ, ਉਸ ਬਿਜ਼ਨਸ ਦਾ ਜਿਹੜਾ ਐਡਰੈਸ ਆ, ਉਹਦੀ ਅਥੈਂਟਿਸਿਟੀ ਪਤਾ ਆ ਵੀ ਕੌਣ ਆ ਉਹ। ਜਿਵੇਂ ਇਹਨੂੰ ਕਲਿੱਕ ਕਰਾਂਗੇ ਤਾਂ ਇਹ ਆ ਗਿਆ ਕਿ ਇਹ ਕਨੈਕਸ਼ਨ ਸਿਕਿਉਰ ਹੈ। ਇਹ ਕਨੈਕਸ਼ਨ ਕਿਹਦਾ ਆ? ਇਸ ਕਨੈਕਸ਼ਨ ਨੂੰ, ਯਾਨੀ ਇਹ ਵੈਬਸਾਈਟ ਕਿਹਦੀ ਹੈ, ਇਹਦੀ ਜਿਹੜੀ ਆਈਡੈਂਟਿਟੀ ਹੈ, ਇਹ ਜਿਨ੍ਹਾਂ ਨੇ ਬਣਾਈ ਹੋਈ ਹੈ ਵੈਬਸਾਈਟ, ਉਹਨਾਂ ਦੀ ਆਈਡੈਂਟਿਟੀ ਨੈਟਵਰਕ ਨੂੰ ਪਤਾ, ਆਪਾਂ ਪਤਾ ਕਰ ਸਕਦੇ ਹਾਂ ਵੀ ਇਹ ਵੈਬਸਾਈਟ ਕਿਹਦੀ ਹੈ। ਜਿੱਦਾਂ ਨੰਬਰ ਹੈ, ਫ਼ੋਨ ਨੰਬਰ, ਕਿਸੇ ਤੋਂ ਆਪਾਂ ਨੂੰ ਕਾਲ ਆਈ, ਗਲਤ ਕਾਲ ਆਈ, ਆਪਾਂ ਉਹ ਫ਼ੋਨ ਨੰਬਰ ਟਰੇਸ ਕਰ ਲਈ ਕਿ ਨੰਬਰ ਕਿਹਦਾ ਆ, ਉਹ ਨੰਬਰ ਕਿਹੜੇ ਬੰਦੇ ਦਾ ਆ।
ट्रेसिंग हो जाती है, इदां इहदी ट्रेसिंग पॉसीबल है। तो एक होर है, भावें पॉसीबल हैगी है ट्रेसिंग, एक इदां दी वैबसाइट्स ने जिहदे पिछे इकल्ला HTTP लग्या होया, एस नहीं लग्या होया। इहदा मतलब कि वैबसाइट सिक्योर नहीं है। इस वैबसाइट के थ्रू आपां किसी नूं पेमेंट करांगे तो मे बी वो पेमेंट भेजन लग्या आपां कोई डैबिट कार्ड या क्रेडिट कार्ड या अपनी इनफॉर्मेशन पाउने आ तो रस्ते दे विच कोई हैकिंग भी कर सकता है। तो वो वैबसाइटां जिन्हां दे पिछे HTTP कल्ला लग्या होया, उन्हां दे उत्ते आपां भरोसा घੱਟ करांगे, उस वैबसाइट नूं मन्नांगे भी ये कंपनी फ्रॉड भी हो सकती है। तो जे पिछे S लग्या होया, इहदा मतलब कंपनी रिलायबल है, उहदे ते भरोसा किया जा सकता है। हालांकि ये नहीं है कि जिहड़े फ्रॉड करते हैं वो S नहीं लैणगे, S तो पेमेंट करके लैना हुंदा है। ਜਦੋਂ ਆਪਾਂ ਵੈਬਸਾਈਟ ਦਾ ਡੋਮੇਨ ਲੈਂਦੇ ਆ, ਡੋਮੇਨ ਸਿੰਪਲ ਲੈ ਲੈਂਦੇ ਆ ਬਿਨਾਂ HTTP S ਤੋਂ, ਇਕੱਲਾ HTTP ਨਾਲ ਥੋੜ੍ਹਾ ਸਸਤਾ ਆ। ਜੇ ਆਪਾਂ ਪੇ ਵੱਧ ਕਰ ਦਿੰਦੇ ਆ, ਉਹਦੀ ਸਿਕਿਉਰ ਵਾਸਤੇ ਆਪਾਂ ਨੂੰ ਪੇ ਕਰਨਾ ਹੁੰਦਾ ਆ ਕੰਪਨੀ ਨੂੰ, ਡੋਮੇਨ ਨਹੀਂ ਆਪਾਂ ਸਿਕਿਉਰ ਲੈ ਲੈਂਦੇ ਆ, ਤਾਂ ਉਹ S ਲੱਗ ਗਿਆ, ਸਿਕਿਉਰ ਹੋ ਗਿਆ। ਇਹਦਾ ਮਤਲਬ ਇਹ ਨਹੀਂ ਹੈ ਕਿ ਜੇ S ਲੱਗਿਆ ਹੈ ਤਾਂ ਉਹ ਵੈਬਸਾਈਟ ਫਰਾਡ ਨਹੀਂ ਹੋ ਸਕਦੀ। ਵੈਬਸਾਈਟ S ਵਾਲੀ ਵੀ ਫਰਾਡ ਹੋ ਸਕਦੀ ਹੈ, ਬਟ ਜੇ S ਨਹੀਂ ਲੱਗਿਆ ਹੈ ਤਾਂ ਫਿਰ ਆਪਾਂ ਨੂੰ ਫਰਾਡ ਹੋਣ ਦੇ ਚਾਂਸਸ ਜ਼ਿਆਦਾ ਨੇ, S ਲੱਗਿਆ ਤਾਂ ਫਰਾਡ ਹੋਣ ਦੇ ਚਾਂਸਸ ਘੱਟ ਨੇ। ਹੁਣ ਜਿਵੇਂ ਆਪਾਂ ਇਹ ਦੇਖਦੇ ਹਾਂ, ਜਿਹੜੀ ਸਾਡੀ ਵੈਬਸਾਈਟ ਹੈ ਸਾਨੇਵਾਲ.com, ਉਹਦੇ ਪਿੱਛੇ S ਲੱਗਿਆ ਹੈ ਕਿ ਨਹੀਂ। ਸਾਨੇਵਾਲ.com ਖੋਲ੍ਹਦੇ ਹਾਂ, ਯੈਸ ਇਹਦੇ ਪਿੱਛੇ ਵੀ ਆ ਲੱਗਿਆ ਹੋਇਆ, ਯਾਨੀ ਜੇ ਆਪਾਂ ਕਲਿੱਕ ਕਰਦੇ ਹਾਂ ਇਹਦੇ ਮੂਹਰੇ S ਲੱਗਿਆ ਹੋਇਆ, ਇਹ ਠੀਕ ਹੈ। ਅਤੇ ਕਈ ਵੈਬਸਾਈਟ ਸਾਡੀਆਂ ਇੱਦਾਂ ਦੀਆਂ ਵੀ ਨੇ ਜਿਨ੍ਹਾਂ ਦੇ S ਨਹੀਂ ਲੱਗਿਆ ਹੋਇਆ। ਅਸੀਂ ਕਹਿੰਦੇ ਤਾਂ ਸਾਨੂੰ ਲੋੜ ਹੀ ਨਹੀਂ ਹੈਗੀ, ਆਪਾਂ ਐਕਸਟਰਾ ਪੇ ਨਾ ਕਰੀਏ, ਆਪਾਂ ਪੇਮੈਂਟ ਬਚਾ ਲਈਏ, ਵੀ ਆਪਾਂ ਆਪਣੇ ਹੀ ਦਾਇਰੇ ਵਿੱਚ ਸਾਈਟ ਖੋਲ੍ਹਣੀ ਹੈ, ਹੋਰ ਕੋਈ ਖੋਲ੍ਹੇ ਨਾ ਖੋਲ੍ਹੇ ਸਾਨੂੰ ਕੋਈ ਮਤਲਬ ਨਹੀਂ ਹੈ। ਆਪਣੀ ਵੈਬਸਾਈਟ ਇਸ ਵਾਸਤੇ ਨਹੀਂ ਹੈ ਕਿ ਆਪਾਂ ਪਬਲਿਕ ਦੇ ਉੱਤੇ ਕੋਈ ਉਹ ਕਰਾਉਣਾ ਹੈ, ਤਾਂ ਆਪਾਂ ਇਹ ਇਸ ਵਾਸਤੇ ਪੇਮੈਂਟ ਨਾ ਵੀ ਕਰਦੇ ਤਾਂ ਵੀ ਸਰ ਜਾਂਦਾ ਜੀ। ਨੈਕਸਟ ਤੋਂ HTTPS ਹੁਣ ਪ੍ਰੋਟੋਕੋਲਸ ਯੂਜ਼ ਹੋ ਰਹੇ ਨੇ ਜਿਹੜੇ ਵੈਬਸਾਈਟ ਯੂਜ਼ ਕਰਦੀਆਂ ਨੇ। ਨੈਕਸਟ ਹੈਗਾ ਟੈਲਨੈਟ, ਗੋਫੋਰ, ਇੱਦਾਂ ਦੇ ਕਈ ਹੋਰ ਨੈਟਵਰਕ ਹੋਰ ਵੀ ਨੇ। Telnet is a set of rules designed for connecting one system with another. Connecting process here is termed as remote login. ਜਿੱਦਾਂ AnyDesk ਹੈ, ਇੱਕ ਟੀਮ ਵਿਊਅਰ ਹੈ, ਇੱਦਾਂ ਦੀਆਂ ਕਈ ਐਪਲੀਕੇਸ਼ਨਸ ਨੇ, ਬਰਾਊਜ਼ਰ ਇੱਦਾਂ ਦੀਆਂ ਵੈਬ ਐਪਲੀਕੇਸ਼ਨਾਂ ਨੇ। ਆਪਾਂ ਉਹਨੂੰ ਯੂਜ਼ ਕਰਕੇ ਇੰਟਰਨੈਟ ਦੇ ਥਰੂ ਕਿਸੇ ਵੀ ਦੂਜੇ ਕੰਪਿਊਟਰ ਨੂੰ ਇੱਥੇ ਬਹਿ ਕੇ ਯੂਜ਼ ਕਰ ਸਕਦੇ ਹਾਂ। ਉਹਦਾ ਡੈਸਕਟਾਪ ਆ ਜਾਊਗਾ, ਉਹਦੇ ਡੈਸਕਟਾਪ 'ਤੇ ਜਿਵੇਂ ਮੇਰੇ ਨਾਲ ਹੁੰਦਾ ਬਹੁਤ ਵਾਰੀ, ਮੈਂ ਕਿਸੇ ਥਾਂ 'ਤੇ ਆਪਣਾ ਕੋਈ ਸੋਫਟਵੇਅਰ ਪਾਇਆ ਹੋਇਆ, ਉਸ ਸੋਫਟਵੇਅਰ ਦੇ ਕਿਤੇ ਕੋਈ ਪ੍ਰੋਬਲਮ ਆ ਗਈ ਅਤੇ ਮੈਂ ਚਾਹੁੰਦਾ ਕਿ ਮੈਂ ਦੇਖ ਕੇ ਠੀਕ ਕਰਾਂ। ਜਦੋਂ ਇਹ ਸਰਵਿਸ ਨਹੀਂ ਹੁੰਦੀ ਸੀ ਤਾਂ ਮੈਨੂੰ ਜਾਣਾ ਪੈਂਦਾ ਸੀ, ਮੈਂ ਉੱਥੇ ਗਿਆ, ਉੱਥੇ ਜਾ ਕੇ ਉਹਦੀ ਪ੍ਰੋਬਲਮ ਦੇਖੀ ਅਤੇ ਠੀਕ ਕੀਤਾ। ਹੁਣ ਮੈਨੂੰ ਕਈ ਵਾਰੀ ਇੱਥੇ ਵੀ ਹੁਣੇ ਕਾਲ ਆ ਜਾਂਦੀ ਹੈ ਜੀ, ਆ ਮੇਰੇ ਸੋਫਟਵੇਅਰ 'ਚ ਇੱਕ ਪ੍ਰੋਬਲਮ ਆ ਗਈ, ਅਤੇ ਮੈਂ ਕਹੂੰਗਾ ਲਿਆ ਹੁਣੇ ਤੂੰ ਖੋਲ੍ਹ ਆਪਣਾ AnyDesk ਜਾਂ ਟੀਮ ਵਿਊਅਰ। AnyDesk ਜਾਂ ਟੀਮ ਵਿਊਅਰ ਇੱਕ ਇੱਦਾਂ ਦੀ ਐਪਲੀਕੇਸ਼ਨ ਹੈ, ਇੰਟਰਨੈਟ 'ਤੇ ਚੱਲਦੀ ਹੈ, ਉਹ ਟੈਲਨੈਟ ਨੂੰ ਯੂਜ਼ ਕਰਦੀ ਹੈ। ਉਹਦੇ ਨਾਲ ਕੀ ਹੁੰਦਾ ਕਿ ਮੈਨੂੰ ਉਹਦੀ ਸਕਰੀਨ ਦਿਖ ਜੂਗੀ। ਕਿਵੇਂ? ਮੈਂ ਉਹਦਾ ਪਹਿਲਾਂ ਟੈਲਨੈਟ ਨੇ ਉਹਦਾ ਇੱਕ ਰੂਲ ਬਣਾਏ ਹੋਏ ਨੇ, ਉਹ ਰੂਲ ਚਾਹੇ ਟੀਮ ਵਿਊਅਰ ਹੈ, ਚਾਹੇ AnyDesk ਹੈ, ਜਾਂ ਕੋਈ ਹੋਰ ਐਪਲੀਕੇਸ਼ਨ ਦਾ, ਸੇਮ ਇਸ ਰੂਲ ਨੂੰ ਫੋਲੋ ਕਰਦੀਆਂ ਨੇ। ਅਤੇ ਉੱਥੇ ਮਸ਼ੀਨ ਚਾਹੇ ਕੋਈ ਹੋਰ ਹੋਵੇ, ਜ਼ਰੂਰੀ ਨਹੀਂ ਕਿ ਉੱਥੇ ਕੰਪਿਊਟਰ ਵਿੰਡੋਜ਼ ਦਾ ਹੀ ਹੋਵੇ, ਉੱਥੇ ਮੇ ਬੀ ਫੋਨ 'ਤੇ ਉਹਦੀ ਪ੍ਰੋਬਲਮ ਆਈ ਹੋਈ ਹੈ, ਫੋਨ 'ਤੇ ਸੋਫਟਵੇਅਰ ਪਾਇਆ ਹੋਇਆ, ਉਹਦੇ ਫੋਨ ਦੀ ਹੀ ਸਕਰੀਨ ਮੈਂ ਇੱਥੇ ਲੈ ਸਕਦਾ ਹਾਂ। ਉਹਦੇ ਕੋਲ ਯੂਨਿਕਸ ਹੈ, ਉਹਦੇ ਕੋਲ ਲਿਨਿਕਸ ਹੈ, ਜਾਂ ਉਹਦੇ ਕੋਲ ਐਪਲ ਦਾ ਕੰਪਿਊਟਰ ਹੈ, ਅਤੇ ਮੈਂ ਉਹਦੀ ਸਕਰੀਨ ਉੱਥੇ ਲੈ ਸਕਦਾ ਹਾਂ। ਉਹ ਤਾਂ ਹੀ ਕਿ ਟੈਲਨੈਟ ਪ੍ਰੋਟੋਕੋਲ ਨੂੰ ਯੂਜ਼ ਕੀਤਾ ਜਾਂਦਾ AnyDesk ਦੇ ਦੁਆਰਾ। ਮੈਂ ਜਦੋਂ AnyDesk ਯੂਜ਼ ਕਰਦਾ ਹਾਂ ਤਾਂ ਫਿਰ ਮੈਂ ਉਹਨੂੰ ਪੁੱਛੂੰਗਾ ਵੀ ਤੂੰ ਵੀ AnyDesk ਸਟਾਰਟ ਕਰ ਲਿਆ, ਇੱਧਰੋਂ ਮੈਂ ਵੀ ਸਟਾਰਟ ਕਰ ਲੂੰਗਾ। ਉਹਨੇ ਸਟਾਰਟ ਕਰ ਲਿਆ, ਮੈਂ ਵੀ ਸਟਾਰਟ ਕਰ ਲਿਆ, ਅਤੇ ਮੈਂ ਉਹਦਾ ਐਡਰੈਸ ਆਪਣੇ AnyDesk 'ਚ ਫਿਲ ਕਰਕੇ ਜਦੋਂ ਕਨੈਕਟ ਕਰੂੰਗਾ, ਉਹ ਮੈਨੂੰ ਆਥੋਰਾਈਜ਼ ਕਰ ਦੂਗਾ, ਯੈਸ ਅਲਾਓ ਕਰੂਗਾ ਮੈਨੂੰ ਉਹ, ਦੈਨ ਮੈਨੂੰ ਉਹਦੀ ਸਕਰੀਨ ਦਿਖ ਜੂਗੀ। ਤਾਂ ਉਹਨੂੰ ਮੈਂ ਕਹੂੰਗਾ ਹੁਣ ਤੂੰ ਕੰਪਿਊਟਰ ਨਾ ਯੂਜ਼ ਕਰ, ਮੈਂ ਯੂਜ਼ ਕਰਦਾ ਉਹਦੇ ਕੰਪਿਊਟਰ ਨੂੰ, ਇੱਥੇ ਬਹਿ ਕੇ ਮੈਂ ਯੂਜ਼ ਕਰ ਲੈਂਦਾ, ਉਹਦੀ ਪ੍ਰੋਬਲਮ ਨੂੰ ਮੈਂ ਇੱਥੋਂ ਸੋਲਵ ਕਰ ਸਕਦਾ ਹਾਂ। ਤਾਂ ਉੱਥੇ ਜਿਹੜਾ ਪ੍ਰੋਟੋਕੋਲ ਯੂਜ਼ ਹੋ ਰਿਹਾ ਰਿਮੋਟ ਕੰਪਿਊਟਰ ਨੂੰ ਯੂਜ਼ ਕਰਨ ਵਾਸਤੇ, ਟੈਲਨੈਟ ਪ੍ਰੋਟੋਕੋਲ ਉਹਨੂੰ ਕਹਿੰਦੇ ਨੇ। ਐਕਸੈਸ ਕਿਹਦੇ ਕੋਲ ਰਹੂਗਾ? ਦੋਨਾਂ ਕੋਲ ਰਹਿ ਜਾਂਦਾ ਆ, ਉਹ ਵੀ ਯੂਜ਼ ਕਰ ਸਕਦਾ, ਮੈਂ ਵੀ ਯੂਜ਼ ਕਰ ਸਕਦਾ। ਮੈਂ ਮਾਊਸ ਨੂੰ ਮੂਵ ਕਰੂੰਗਾ, ਮੈਂ ਵੀ ਕੰਮ ਕਰ ਸਕਦਾ ਹਾਂ, ਅਤੇ ਉਹਨੇ ਯੂਜ਼ ਕਰਨਾ, ਉਹ ਵੀ ਕੰਮ ਕਰ ਸਕਦਾ। ਦੋਹੇ ਬੰਦੇ ਐਟ ਏ ਟਾਈਮ, ਜਿਵੇਂ ਆਪਾਂ ਮੰਨ ਲਓ ਇਸੇ ਕੰਪਿਊਟਰ ਨਾਲ 2 ਮਾਊਸਾਂ ਲਗਾ ਸਕਦੇ ਹਾਂ, ਜਿਹੜਾ ਮਰਜ਼ੀ ਮਾਊਸ ਲਵੇ ਦੋਨੇ ਕੰਮ ਕਰ ਸਕਦੇ ਨੇ, ਇਸ ਤਰ੍ਹਾਂ ਹੀ ਹੋ ਜਾਂਦਾ। ਇੱਕ ਹੋਰ ਹੈ ਗੋਫਰ ਇਜ਼ ਕਲੈਕਸ਼ਨ ਆਫ ਰੂਲਸ implemented for searching, retrieving
as well as displaying documents from isolated sites. Gopher also works on client server principle. इन्हें लिखा है कि ये प्रोटोकॉल सर्च करने वास्ते डॉक्यूमेंट डिस्ਪਲੇ ਕਰਨ ਵਾਸਤੇ ਯੂਜ਼ ਹੁੰਦਾ ਆ। ਜਿੱਦਾਂ ਇੱਥੇ ਮੈਂ ਐਗਜ਼ਾਮਪਲ ਹੈ ਦਵਾਂ, ਆਪਾਂ ਇੰਟਰਨੈਟ ਦੇ ਉੱਤੇ ਈਮੇਲ ਦੇ ਵਿੱਚ ਆਪਾਂ ਨੂੰ ਵਰਡ ਦੀ ਫਾਈਲ ਮਿਲ ਗਈ, ਉਹ ਫਾਈਲ ਆਪਣੇ ਬਰਾਊਜ਼ਰ 'ਚ ਹੀ ਵਰਡ 'ਚ ਹੀ ਐਡਿਟ ਕਰਨ ਵਾਸਤੇ ਖੁੱਲ੍ਹ ਜਾਂਦੀ ਹੈ। ਜੇ ਐਕਸਲ ਦੀ ਫਾਈਲ ਹੈ ਤਾਂ ਵੀ ਬਰਾਊਜ਼ਰ 'ਚ ਐਕਸਲ ਦਾ ਉਹ ਖੁੱਲ੍ਹ ਜਾਣਾ ਆ ਡਾਕੂਮੈਂਟ, ਉਹਨੂੰ ਫਾਈਲ ਨੂੰ ਆਪਾਂ ਇੱਥੇ ਡਿਸਪਲੇ ਐਂਡ ਐਡਿਟ ਕਰ ਸਕਦੇ ਹਾਂ। ਤੋ ਡਾਕੂਮੈਂਟ ਡਿਸਪਲੇ ਕਰਨ ਵਾਸਤੇ ਜਿਹੜਾ ਪ੍ਰੋਟੋਕੋਲ ਯੂਜ਼ ਹੁੰਦਾ ਉਹਨੂੰ ਗੋਫਰ ਕਹਿ ਰਹੇ ਨੇ। ਤਾਂ ਇਹ ਹੋ ਗਏ ਪ੍ਰੋਟੋਕੋਲਸ। ਆ ਜਿਹੜੇ ਪ੍ਰੋਟੋਕੋਲਸ ਨੇ